ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਵਸਾਵਹੁ ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨਾ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਿਆਨ ਦੇ ਭੰਡਾਰ ਗੁਰਬਾਣੀ ਦੇ ਸਾਗਰ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜਾ ਹਰ ਪੀਰ ਜਗਤ ਗੁਰ ਬਾਬਾ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੁਆ। ਐਸੇ ਮਹਾਨ ਰਹਿਬਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਿੰਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਤ ਸੰਗਤੀ ਰੂਪ ਵਿੱਚ ਜੁੜ ਮਿਲ ਬੈਠੇ ਹਾਂ। ਜਿੰਨੇ ਕੁ ਸਰੀਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੁਭਾਏ ਮਾਨ ਹਾਂ। ਮਨੋ ਬਿਰਤੀਆਂ ਇਕਾਗਰ ਕਰਦੇ ਹੋਏ ਫਤਿਹ ਦੀ ਸਾਂਝ ਕਰੀਏ, ਕਿਉਂਕਿ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਰਾਹੀਂ ਇਹ ਹੁਕਮ ਬਖਸ਼ਦੇ ਨੇ, ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ। ਅਕਾਲ ਪੁਰਖ ਦੀ ਵਡਿਆਈ ਨਿਰੰਕਾਰ ਦੀ ਸਿਫਤ ਸਲਾਹ ਕਰਦਿਆਂ ਮਨੁੱਖ ਬੜਾ ਇਕਾਗਰ
ਤੇ ਚਿੱਤ ਟਿਕਿਆ ਹੋਣਾ ਚਾਹੀਦਾ ਹੈ। ਸੋ ਮਨੋਬਿਰਤੀਆਂ ਇਕਾਗਰ ਕਰਦੇ ਹੋਏ ਅਸੀਸਾਂ ਬਖਸ਼ੋ, ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਸੰਸਾਰ ਵੱਲ ਨਿਗਾਹ ਮਾਰੀਏ। ਜਿੱਥੇ ਵੀ ਗੁਰਸਿੱਖ ਨਾਮ ਲੇਵਾ ਸੰਗਤਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾ ਰਹੀਆਂ ਨੇ। ਸੰਗਤਾਂ ਮਨਾ ਰਹੀਆਂ ਨੇ ਜੀ ਪ੍ਰਕਾਸ਼ ਦਿਹਾੜਾ। ਕਿਸੇ ਨੂੰ ਪੁੱਛ ਲਓ, ਕਿਸੇ ਗੁਰਸਿੱਖ ਨੂੰ, ਸਾਰੇ ਆਖਣਗੇ ਜੀ ਪ੍ਰਕਾਸ਼ ਦਿਹਾੜਾ। ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਦਾ ਅਰਥ ਹੈ ਚਾਨਣ, ਲਾਈਟ, ਰੌਸ਼ਨੀ। ਦਿਹਾੜੇ ਦਾ ਅਰਥ ਹੈ ਦਿਨ। ਦਿਨ ਦੇ ਸਮੇਂ ਤਾਂ ਵੈਸੇ ਆਪਾਂ ਚਾਰੇ ਪਾਸੇ ਨਿਗਾਹ ਮਾਰੀਏ ਤੇ ਚਾਨਣ ਹੁੰਦਾ ਹੈ, ਰੌਸ਼ਨੀ ਹੁੰਦੀ ਹੈ, ਪ੍ਰਕਾਸ਼ ਹੁੰਦਾ ਹੈ। ਰੌਸ਼ਨੀ, ਲਾਈਟ, ਪ੍ਰਕਾਸ਼ ਦੀ ਉੱਥੇ ਲੋੜ ਪੈਂਦੀ ਹੈ ਜਿੱਥੇ ਹਨੇਰਾ ਹੋਵੇ। ਤੇ ਫਿਰ ਜਿਹੜਾ ਆ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਜੀ ਦੇ ਗਿਆਨ ਰਾਹੀਂ, ਗੁਰੂ ਸਾਹਿਬ ਜੀ ਦੀ ਬਾਣੀ ਰਾਹੀਂ, ਗੁਰੂ ਸਾਹਿਬ ਜੀ ਦੇ ਇਤਿਹਾਸ ਰਾਹੀਂ ਸਾਡੇ ਅੰਦਰ ਦਾ ਜੋ ਹਨੇਰਾ ਹੈ ਉਹ ਗਿਆਨ ਦੀ ਰੋਸ਼ਨੀ ਰਾਹੀਂ ਦੂਰ ਕਰਨਾ ਹੈ। ਇਸੇ ਲਈ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਇਸ ਪੰਕਤੀ ਦੇ ਵਿੱਚ ਇਹ ਲਫ਼ਜ਼ ਬੜਾ ਧਿਆਨ ਮੰਗਦੇ ਨੇ। ਮਿਟੀ ਧੁੰਦ, ਇੱਕ ਧੁੰਦ ਦਾ ਜ਼ਿਕਰ, ਦੂਸਰਾ ਹੈ ਜਗ ਚਾਨਣ ਹੋਆ। ਦੁਨੀਆ ਦੇ ਵਿੱਚ ਦੋ ਪ੍ਰਕਾਰ ਦਾ ਹਨੇਰਾ ਮੰਨਿਆ ਜਾਂਦਾ ਹੈ। ਪਹਿਲਾ ਹਨੇਰਾ ਇਹ ਹੈ ਜਿੱਥੇ ਰੌਸ਼ਨੀ ਦੀ ਹੋਂਦ ਨਾ ਹੋਵੇ, ਪ੍ਰਕਾਸ਼ ਨਾ ਹੋਵੇ, ਕੋਈ ਸਾਹਮਣੇ ਪਈ ਵਸਤੂ ਮਨੁੱਖ ਨੂੰ ਦਿਖਾਈ ਨਾ ਦਿੰਦੀ ਹੋਵੇ, ਕਾਲਾ ਹਨੇਰਾ। ਤੇ ਦੂਸਰੇ ਹਨੇਰੇ ਦਾ ਜੋ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਉਹ ਧੁੰਦ ਦਾ ਹਨੇਰਾ ਹੈ। ਕਈ ਵਾਰ ਧੁੰਦ ਇੰਨੀ ਜ਼ਿਆਦਾ ਹੋਵੇ ਫਿਰ ਵੀ ਮਨੁੱਖ ਨੂੰ ਕੋਈ ਚੀਜ਼ ਦਿਖਾਈ ਨਹੀਂ ਦਿੰਦੀ। ਤੇ ਕਾਲੇ ਹਨੇਰੇ ਦੇ ਨਾਲੋਂ ਸਭ ਤੋਂ ਵੱਧ ਖਤਰਨਾਕ ਹੈ ਧੁੰਦ ਦਾ ਹਨੇਰਾ। ਕਿਉਂਕਿ ਜੇਕਰ ਕਾਲਾ ਹਨੇਰਾ ਹੋਵੇਗਾ ਨਾ, ਮਨੁੱਖ ਕੋਈ ਲਾਈਟ ਦਾ ਪ੍ਰਬੰਧ ਕਰੇਗਾ, ਕਿਸੇ ਰੌਸ਼ਨੀ ਦਾ ਪ੍ਰਬੰਧ ਕਰੇਗਾ, ਕੋਈ ਦੀਵਾ ਬਾਲ ਦੇਵੇਗਾ ਤੇ ਉਹ ਝਟ-ਪਟ ਹਨੇਰਾ ਦੂਰ ਹੋ ਜਾਵੇਗਾ। ਪਰ ਜਿਹੜਾ ਧੁੰਦ ਦਾ ਹਨੇਰਾ ਹੈ ਨਾ, ਜਿਹੜਾ ਇਹ ਚਿੱਟਾ ਹਨੇਰਾ ਹੈ, ਇੱਥੇ ਕਈ ਵਾਰ ਸੂਰਜ ਵੀ ਆਪਣਾ ਜ਼ੋਰ ਲਗਾ ਲਵੇ, ਉਹ ਇਸ ਧੁੰਦ ਰੂਪੀ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਵਿੱਚ ਪ੍ਰਗਟ ਹੋਏ ਤੇ ਉਹਨਾਂ ਦੇ ਆਉਣ ਦੇ ਨਾਲ ਇਸ ਸੰਸਾਰ ਦੇ ਵਿੱਚੋਂ ਜਿਹੜਾ ਧੁੰਦ ਰੂਪੀ ਹਨੇਰਾ ਸੀ ਨਾ, ਉਹ ਖਤਮ ਹੋ ਗਿਆ। ਹੁਣ ਸਾਡੇ ਮਨਾਂ ਦੇ ਵਿੱਚ ਇਹ ਸਵਾਲ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਹਨੇਰਾ ਕੀ ਸੀ? ਉਸ ਸਮੇਂ ਦੇ ਹਾਲਾਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਕਿ ਧਾਰਮਿਕ ਤੌਰ ਤੇ ਜਿਹੜੇ
ਤਿੰਨ ਕਿਸਮ ਦੇ ਧਾਰਮਿਕ ਤੌਰ ਤੇ ਅਗਵਾਈ ਕਰਨ ਵਾਲੇ ਸਨ। ਕਾਜੀ ਸਨ, ਜੋਗੀ ਸਨ, ਬ੍ਰਾਹਮਣ ਸਨ। ਇਹਨਾਂ ਨੇ ਮਨੁੱਖ ਨੂੰ ਧਾਰਮਿਕ ਤੌਰ ਤੇ ਸਹੀ ਸੇਧ ਦੇਣੀ ਸੀ, ਅਗਿਆਨਤਾ ਦੇ ਵਿੱਚੋਂ ਕੱਢ ਕੇ ਸਹੀ ਮਾਰਗ ਦੱਸਣਾ ਸੀ। ਪਰ ਇਹਨਾਂ ਤਿੰਨਾਂ ਨੇ, ਕਾਜੀਆਂ ਨੇ, ਬ੍ਰਾਹਮਣਾਂ ਨੇ, ਜੋਗੀਆਂ ਨੇ ਆਪਣਾ ਧਰਮ ਭੁਲਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਾਗੀ ਕੂੜ ਬੋਲ ਮਲ ਖਾਏ। ਜਿਹੜੇ ਕਾਜੀ ਹੁੰਦੇ ਸਨ ਨਾ, ਜਿਨ੍ਹਾਂ ਨੇ ਧਰਮ ਦੀ ਸਹੀ ਸੇਧ ਦੇਣੀ ਸੀ, ਕਿਉਂਕਿ ਜਿਹੜੇ ਕਾਜੀ ਸਨ ਨਾ, ਉਹ ਰਾਜਿਆਂ ਦੇ ਦਰਬਾਰ ਵਿੱਚ ਕੰਮ ਕਰਦੇ ਸਨ। ਰਾਜਿਆਂ ਨੂੰ ਦੱਸਦੇ ਸਨ ਕਿ ਆਪਣੀ ਕੁਰਾਨ ਮਜੀਦ ਵਿੱਚ ਆ ਲਿਖਿਆ ਹੈ, ਆਪਣੀ ਕੁਰਾਨ ਮਜੀਦ ਸਾਨੂੰ ਆਹ ਕੰਮ ਕਰਨ ਨੂੰ ਕਹਿੰਦੀ ਹੈ ਤੇ ਕੁਰਾਨ ਮਜੀਦ ਇਹਨਾਂ ਕੰਮਾਂ ਤੋਂ ਸਾਨੂੰ ਰੋਕਦੀ ਹੈ। ਪਰ ਇਹ ਕਾਜੀ ਇੰਨੇ ਭ੍ਰਿਸ਼ਟ ਹੋ ਗਏ, ਆਪਾਂ ਇਤਿਹਾਸ ਵਿੱਚ ਜਦੋਂ ਜਾ ਕੇ ਵੇਖਦੇ ਆ ਨਾ, ਔਰਤਾਂ ਨੂੰ, ਬੀਬੀਆਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਵੱਢਿਆ ਜਾਂਦਾ ਸੀ, ਟੋਟੇ ਕਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਕਹਿਣ ਤੋਂ ਭਾਵ ਇਹ ਜਿਹੜੇ ਕਾਜੀ ਸਨ ਨਾ, ਜਿਨ੍ਹਾਂ ਨੇ ਧਰਮ ਦੀ ਗੱਲ ਦੱਸਣੀ ਸੀ, ਇਹ ਧਰਮ ਦੀ ਗੱਲ ਛੱਡ ਕੇ ਜਿਹੜੇ ਰਾਜੇ ਸਨ ਉਹਨਾਂ ਦੇ ਗੁਲਾਮ ਹੋ ਬੈਠੇ ਸਨ, ਸਹੀ ਗੱਲ ਨਹੀਂ ਸੀ ਦੱਸਦੇ। ਰਾਜੇ ਨੂੰ ਕਿਵੇਂ ਖੁਸ਼ ਕੀਤਾ ਜਾ ਸਕਦਾ ਹੈ, ਉਸ ਤਰ੍ਹਾਂ ਦੇ ਉਹਨੂੰ ਵਿਖਿਆਨ ਕਰਕੇ ਦੱਸਦੇ ਸਨ। ਕਾਗੀ ਕੂੜ ਬੋਲ ਮਲ ਖਾਏ। ਫਿਰ ਸਾਹਿਬ ਜੀ ਕਹਿੰਦੇ, ਬ੍ਰਾਹਮਣ ਨਹਾਵੈ ਜੀਆਂ ਧਾਏ। ਜਿਹੜਾ ਬ੍ਰਾਹਮਣ ਸੀ ਨਾ, ਪੰਡਿਤ ਸੀ, ਉਹ ਜੀਵ ਹੱਤਿਆ ਕਰਕੇ ਤੇ ਇਸ਼ਨਾਨ ਕਰ ਲੈਂਦਾ ਸੀ ਗੰਗਾ ਵਿੱਚ ਕਿ ਹੁਣ ਮੈਂ ਇਸ਼ਨਾਨ ਕਰ ਲਿਆ ਹੈ, ਹੁਣ ਮੇਰੇ ਪਾਪ ਉਤਰ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਲੌਕੀ 68 ਤੀਰਥ ਨਹਾਈ, ਕੌਰਾ ਪਨ ਤਉ ਨਾ ਜਾਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਸਾਧ ਭਲੇ ਅਨਨਾਤਿਆਂ, ਚੋਰ ਸੇ ਚੋਰਾ ਚੋਰ। ਕਿ ਮਨ ਦੇ ਵਿੱਚ ਇਹ ਗੱਲ ਆਉਣੀ ਕਿ ਕਿਸੇ ਦਾ ਹੱਕ ਮਾਰ ਲੈਣਾ, ਕਿਸੇ ਦੇ ਨਾਲ ਧੱਕਾ ਕਰ ਲੈਣਾ, ਕਿਸੇ ਜੀਵ ਦੀ ਹੱਤਿਆ ਕਰ ਦੇਣੀ, ਤੇ ਇਹ ਕਹਿਣਾ ਮੈਂ ਤੀਰਥ ਸਥਾਨ ਤੇ ਇਸ਼ਨਾਨ ਕੀਤਾ ਤੇ ਮੈਂ ਪਵਿੱਤਰ ਹੋ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਇਸ ਤਰ੍ਹਾਂ ਤੂੰ ਸੱਚਾ ਪਵਿੱਤਰ ਨਹੀਂ ਹੋਵੇਗਾ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇੱਥੇ ਜਪਜੀ ਸਾਹਿਬ ਦੇ ਵਿੱਚ ਇਹ ਜੋ ਪੰਕਤੀ ਹੈ ਨਾ, ਇਹਦਾ ਅਰਥ ਸੋਚਣਾ ਨਹੀਂ, ਇਹਦਾ ਅਰਥ ਜਿਹੜਾ ਧਾਰਮਿਕ ਤੌਰ ਤੇ ਮਨੁੱਖ ਇਸ਼ਨਾਨ ਕਰਦਾ ਹੈ ਨਾ, ਨਹਾਉਣ ਦਾ ਧਾਰਮਿਕ ਅਸਥਾਨ ਤੇ, ਇੱਥੇ ਉਸ ਸੁਚਮਤਾ ਦੀ ਗੱਲ ਗੁਰੂ ਨਾਨਕ ਦੇਵ ਜੀ ਕਰਦੇ ਨੇ। ਜਿਹੜਾ ਬ੍ਰਾਹਮਣ ਸੀ ਨਾ, ਇਹਨੇ ਲੋਕਾਂ ਨੂੰ ਚਾਰਾਂ ਹਿੱਸਿਆਂ 'ਚ ਵੰਡ ਕੇ, ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਸ਼ੂਦ ਹੈ, ਇਹ ਵੈਸ਼ ਹੈ, ਤੇ ਮਨੁੱਖਤਾ ਦਾ ਇਹਨੇ ਬਹੁਤ ਘਾਣ ਕੀਤਾ। ਸਾਹਿਬ ਜੀ ਕਹਿੰਦੇ, ਇਹਨਾਂ ਮਨੁੱਖਤਾ ਨੂੰ, ਲੋਕਾਂ ਨੂੰ ਧਰਮ ਦੀ ਸਹੀ ਸੇਧ ਦੇਣੀ ਸੀ, ਧਰਮ ਬਾਰੇ ਸਹੀ ਜਾਣਕਾਰੀ ਦੇਣੀ ਸੀ, ਪਰ ਇਹ ਆਪਣਾ ਧਰਮ ਭੁਲਾ ਬੈਠੇ ਸਨ। ਤੀਜਾ ਜ਼ਿਕਰ ਸਾਹਿਬ ਜੀ ਕਹਿੰਦੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਧਾਏ, ਜੋਗੀ ਜੁਗਤ ਨ ਜਾਣੈ ਅੰਧ। ਜਿਹੜੇ ਜੋਗੀ ਸਨ ਨਾ, ਜਿਨ੍ਹਾਂ ਸਹੀ ਰਸਤਾ ਦੱਸਣਾ ਸੀ, ਉਹ ਵੀ ਅਕਾਲ ਪੁਰਖ ਨੂੰ ਪਾਉਣ ਵਾਲੀ ਜੁਗਤ ਨੂੰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਲੁਕ ਬੈਠੇ ਸਨ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿਹੜੇ ਐਸੇ ਕਿਸਮ ਦੇ ਲੋਕ ਸਨ ਨਾ, ਉਹ ਅਸਲ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਲਈ ਉੱਥੇ ਨਹੀਂ ਸਨ ਗਏ। ਉਹ ਤੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਡਰ ਕੇ ਤਾਂ ਉੱਥੇ ਭੱਜ ਗਏ। ਇਸੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਅਪਦਾ ਤੇ ਮਾਰਿਆ ਗ੍ਰਹਿ ਤੇ ਨਸਤਾ, ਕਿ ਵਿਪਦਾ ਤੋਂ ਡਰਦਾ ਮਾਰਿਆ ਘਰ ਤੋਂ ਭੱਜ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹੜੇ ਇਹ ਤਿੰਨ ਕਿਸਮ ਦੇ ਧਾਰਮਿਕ ਲੋਕ ਸਨ ਜਿਨ੍ਹਾਂ ਨੇ ਧਾਰਮਿਕ ਤੌਰ ਤੇ ਸਹੀ ਸੇਧ ਦੇਣੀ ਸੀ, ਇਹ ਆਪਣਾ ਧਰਮ ਭੁਲਾ ਬੈਠੇ ਸਨ। ਲੋਕਾਂ ਨੂੰ ਵਹਿਮਾਂ ਵਿੱਚ ਪਾ ਦੇਣਾ, ਲੋਕਾਂ ਨੂੰ ਬ੍ਰਾਹਮਣ ਨੇ ਵਰਤਾਂ ਵਿੱਚ ਪਾ ਦੇਣਾ ਕਿ ਵਰਤ ਰੱਖਣ ਨਾਲ ਉਮਰ ਵੱਧ ਜਾਂਦੀ ਹੈ, ਰੁੱਖਾਂ ਦੀ ਪੂਜਾ ਕਰਨ ਦੇ ਲਈ ਬ੍ਰਾਹਮਣ ਨੇ ਜੋੜ ਦਿੱਤਾ, ਪੱਥਰ ਦੀਆਂ ਮੂਰਤੀਆਂ ਦੀ ਪੂਜਾ ਨੇ ਦੇ ਨਾਲ ਬ੍ਰਾਹਮਣ ਨੇ ਜੋੜ ਦਿੱਤਾ, ਪਰ ਗਿਆਨ ਦੇ ਨਾਲੋਂ ਤੋੜ ਦਿੱਤਾ। ਜਿਸ ਗਿਆਨ ਨੇ ਸਾਡੇ ਅੰਦਰ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਸੀ, ਉਹਦੇ ਨਾਲੋਂ ਤੋੜ ਕੇ ਸਾਨੂੰ ਬਾਹਰੀ ਕਿਰਤ ਨਾਲ ਜੋੜ ਦਿੱਤਾ, ਕਰਤੇ ਨਾਲੋਂ ਤੋੜ ਕੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹੜੇ ਚੌਥੀ ਕਿਸਮ ਦੇ ਬੱਚੇ ਸਨ ਨਾ, ਜਿਨ੍ਹਾਂ ਤੋਂ ਇਹ ਆਸ ਸੀ, ਉਮੀਦ ਸੀ ਕਿ ਇਹ ਲੋਕਾਂ ਨੂੰ, ਸੰਗਤ ਨੂੰ, ਬਚਦੀ ਹੋਈ ਉਮਤ ਨੂੰ ਸਹੀ ਸੇਧ ਦੇਣਗੇ, ਉਹ ਸਨ ਰਾਜੇ। ਪਰ ਰਾਜਿਆਂ ਨੇ ਵੀ ਆਪਣਾ ਧਰਮ ਭੁਲਾ ਦਿੱਤਾ। ਰਾਜੇ ਸ਼ੀਹੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਦਾ ਪਾਇਣ ਘਾਓ, ਰਤ ਪਿੱਤ ਕੁੱਤਿਓ ਚਟ ਜਾਓ। ਸਾਹਿਬ ਜੀ ਕਹਿੰਦੇ ਜਿਹੜੇ ਇਹ ਰਾਜੇ ਸਨ, ਇਹਨਾਂ ਦੇ ਵਜ਼ੀਰ ਸਨ, ਇਹ ਵੀ ਇੰਨੇ ਭ੍ਰਿਸ਼ਟ ਹੋ ਚੁੱਕੇ ਸਨ ਕਿ ਜਨਤਾ ਦਾ ਖੂਨ ਨੋਚ-ਨੋਚ ਪੀ ਰਹੇ ਸਨ। ਤੇ ਜਿਹੜੇ ਇਹਨਾਂ ਦੇ ਵਜ਼ੀਰ ਸਨ ਨਾ, ਜਿਵੇਂ ਕਹਿੰਦੇ ਸ਼ੇਰ ਸ਼ਿਕਾਰ ਕਰਦਾ ਤੇ ਉਹਦੇ ਸ਼ਿਕਾਰ ਤੋਂ ਜੋ ਕੁਝ ਬਚ ਜਾਂਦਾ ਹੈ ਉਹ ਦੂਜੇ ਜੰਗਲੀ ਜਾਨਵਰ ਖਾਂਦੇ ਨੇ। ਇਹਨਾਂ ਰਾਜਿਆਂ ਦੇ ਪਾਪ ਤੋਂ, ਜ਼ੁਲਮ ਤੋਂ ਜਿਹੜਾ ਬਚ ਜਾਂਦਾ ਸੀ, ਇਹਦੇ ਵਜ਼ੀਰ ਫਿਰ ਉਹ ਜਿਹੜਾ ਕੋਈ ਬਚਦਾ ਸੀ ਉਹ ਤੇ ਜ਼ੁਲਮ ਕਰਦੇ ਸਨ। ਜਦੋਂ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਮਾਹੌਲ ਬਣਿਆ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ ਇੰਨਾ ਜ਼ਿਆਦਾ ਖਲਾਰਾ ਪੈ ਚੁੱਕਿਆ ਸੀ, ਧਰਤੀ ਦੁਆਰਾ ਅਕਾਲ ਪੁਰਖ ਅੱਗੇ ਪੁਕਾਰ ਕੀਤੀ ਗਈ। ਭਾਈ ਗੁਰਦਾਸ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੀ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪੇ ਲਾਇਆ। ਜਦੋਂ ਅਰਦਾਸ ਪੁਕਾਰ ਸੁਣੀ, ਲੋਕਾਂ ਦੀ ਪੁਕਾਰ ਸੁਣੀ, ਧਰਤੀ ਤੋਂ ਭਾਵ ਇਹੀ ਹੈ ਕਿ ਧਰਤੀ ਤੇ ਰਹਿਣ ਵਾਲੇ ਲੋਕਾਂ ਤੇ ਜਦੋਂ ਜ਼ੁਲਮ ਹੋਇਆ ਤੇ ਅਕਾਲ ਪੁਰਖ ਅੱਗੇ ਪੁਕਾਰ ਕੀਤੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਪ੍ਰਗਟ ਹੋਏ। ਸਮਾਂ ਸੀਮਤ ਹੈ, ਮੈਂ ਆਪ ਜੀ ਦੇ ਨਾਲ ਵਿੱਚੋਂ ਉਹ ਇਤਿਹਾਸ, ਉਹ ਘਟਨਾਵਾਂ ਸਾਂਝੀਆਂ ਕਰਨੀਆਂ ਨੇ ਜਿਨ੍ਹਾਂ ਤੋਂ ਅਸੀਂ ਸਿੱਖਿਆ ਲੈਣੀ ਹੈ। ਇਹ ਨਾ ਹੋਵੇ ਕਿ ਦੇਖੋ ਅਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤੇ ਸਮਾਪਤੀ ਤੋਂ ਬਾਅਦ ਸਾਨੂੰ ਪਤਾ ਹੀ ਨਾ ਲੱਗੇ ਕੀ ਵਿਚਾਰ ਹੋਈ ਹੈ, ਅਸੀਂ ਕੀ ਸਿੱਖਿਆ, ਸਾਡਾ ਜੀਵਨ ਵਿਚਾਰ ਤੋਂ ਪਹਿਲਾਂ ਕੀ ਸੀ ਤੇ ਉਦੋਂ ਬਾਅਦ ਸਾਡਾ ਜੀਵਨ ਕੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਬਚਪਨ ਇਹਨਾਂ ਦਾ ਬਤੀਤ ਹੁੰਦਾ ਹੈ, ਅਕਾਲ ਪੁਰਖ ਦੇ ਨਾਲ ਇਹਨਾਂ ਦੀ ਅਭੇਦਤਾ ਹੈ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਪਨ ਦੇ ਵਿੱਚ ਜਨੇਊ ਪਾਇਆ ਜਾਣਾ ਸੀ ਨਾ, ਇਹ ਇੱਕ ਬੜਾ ਵੱਡਾ ਧਾਰਮਿਕ ਸਮਾਗਮ ਸੀ। ਅਸੀਂ ਕਈ ਵਾਰ ਇਸ ਗੱਲ ਨੂੰ ਇਸ ਤਰੀਕੇ ਨਾਲ ਵੇਖ ਲੈਂਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਇਆ ਜਾਣਾ ਸੀ, ਉਹਨਾਂ ਨੇ ਮੌਕੇ ਤੇ ਜਵਾਬ ਦੇ ਦਿੱਤਾ। ਪਰ ਇਹ ਬੜੀ ਵੱਡੀ ਧਰਮ ਦੀ ਇੱਕ ਰਸਮ ਸੀ ਜਿਹਦੀ ਬੜਾ ਸਮਾਂ ਪਹਿਲਾਂ ਤਿਆਰੀ ਕੀਤੀ ਜਾਂਦੀ ਸੀ। ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਦੀ ਤਿਆਰੀ ਦਾ ਘਰੇ ਪ੍ਰਬੰਧ ਚੱਲ ਰਿਹਾ ਸੀ, ਕਿਉਂਕਿ ਪਿਤਾ ਜੀ ਪਟਵਾਰੀ ਨੇ ਤੇ ਆਸੇ-ਪਾਸੇ ਦੇ ਲੋਕਾਂ ਨੂੰ ਸੁਨੇਹੇ ਦੇਣੇ, ਰਿਸ਼ਤੇਦਾਰਾਂ ਤੱਕ ਸੁਨੇਹੇ ਪਹੁੰਚਾਉਣੇ, ਇਹ ਅੱਜ ਵਾਂਗ ਨਹੀਂ ਸੀ। ਕਿਉਂਕਿ ਅੱਜ ਸਾਡੇ ਕੋਲ ਸਾਧਨ ਨੇ, ਅਸੀਂ ਕੁਝ ਸਮੇਂ ਵਿੱਚ ਸੁਨੇਹੇ ਦੇ ਦਿੰਦੇ ਆ।
ਤੁਸੀਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਨੂੰ ਦੇਖੋ। ਧੰਨ ਗੁਰੂ ਨਾਨਕ ਦੇਵ ਜੀ ਨੂੰ ਵੀ ਪਤਾ ਹੈ ਕਿ ਜਿੰਨੀਆਂ ਤਿਆਰੀਆਂ ਹੋ ਰਹੀਆਂ ਨੇ ਇਹ ਜਨੇਊ ਪਾਉਣ ਦੀਆਂ ਹੋ ਰਹੀਆਂ ਨੇ, ਜਿੰਨੇ ਪ੍ਰਬੰਧ ਕੀਤੇ ਜਾ ਰਹੇ ਨੇ ਇਹ ਜਨੇਊ ਪਾਉਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ। ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਇੱਕ ਵਾਰ ਵੀ ਨਹੀਂ ਇਹ ਗੱਲ ਆਖੀ ਕਿ ਮੈਂ ਇਹ ਜਨੇਊ ਨਹੀਂ ਪਾਉਣਾ, ਤੁਸੀਂ ਇਹ ਪ੍ਰਬੰਧ ਨਾ ਕਰੋ। ਧੰਨ ਗੁਰੂ ਨਾਨਕ ਦੇਵ ਜੀ ਬਿਲਕੁਲ ਅਡੋਲ ਨੇ, ਸਭ ਕੁਝ ਵੇਖ ਰਹੇ ਨੇ। ਸਮਾਂ ਆਉਂਦਾ ਹੈ ਜਦੋਂ ਜਨੇਊ ਪਾਉਣ ਦੇ ਲਈ ਪਾਂਧਾ ਸਾਹਮਣੇ ਖਲੋਤਾ ਹੈ ਤੇ ਜਦੋਂ ਜਨੇਊ ਪਾਉਣ ਲੱਗਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਨੇਊ ਪਹਿਲਾਂ ਮੇਰੀ ਭੈਣ ਨੂੰ ਪਹਿਨਾ ਦਵੋ। ਉਹ ਕਹਿਣ ਲੱਗਾ ਪਾਂਧਾ ਕਿ ਇਹ ਜਿਹੜਾ ਜਨੇਊ ਹੈ ਨਾ, ਇਸ ਜਨੇਊ ਨੂੰ ਨਾ ਇਸਤਰੀ ਬੀਬੀ ਪਹਿਨ ਸਕਦੀ ਹੈ, ਇਸ ਜਨੇਊ ਨੂੰ ਨਾ ਸ਼ੂਦਰ ਪਹਿਨ ਸਕਦਾ ਹੈ। ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਜੈਸਾ ਜਨੇਊ ਤੁਸੀਂ ਪਹਿਨਿਆ ਹੈ ਇਹ ਮੈਨੂੰ ਪਹਿਨਾ ਦਿਓ। ਉਹ ਪੰਡਿਤ ਕਹਿਣ ਲੱਗਾ ਕਿ ਜਿਹੜਾ ਮੈਂ ਇਹ ਜਨੇਊ ਪਹਿਨਿਆ ਹੈ ਨਾ ਇਹ ਸੂਚਦਾ ਹੈ ਇਹ ਕੇਵਲ ਤੇ ਕੇਵਲ ਬ੍ਰਾਹਮਣ ਪਹਿਨ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਨਿੱਕੀ ਆਰਬਲਾ ਹੈ ਤੇ ਸਾਹਮਣੇ ਪੰਡਿਤ ਨੂੰ ਸਵਾਲ ਕਰਦੇ ਪਏ ਨੇ ਕਿ ਪੰਡਿਤ ਜੀ ਇਹ ਜਿਹੜਾ ਤੁਹਾਡਾ ਜਨੇਊ ਇੰਨੀਆਂ ਵੰਡੀਆਂ ਪਾਉਂਦਾ ਹੈ, ਇਸਤਰੀਆਂ ਲਈ ਇਹਨੂੰ ਕੋਈ ਅਧਿਕਾਰ ਨਹੀਂ, ਸ਼ੂਦਰਾਂ ਲਈ ਇਹ ਕੋਈ ਪਹਿਨ ਨਹੀਂ ਸਕਦਾ। ਜਿਹੜਾ ਤੁਹਾਡਾ ਜਨੇਊ ਇਹ ਵੰਡੀਆਂ ਪਾਉਂਦਾ ਹੈ ਇਹ ਜਨੇਊ ਮੈਂ ਨਹੀਂ ਪਹਿਨਣਾ। ਜਿਹੜਾ ਜਨੇਊ ਮੈਂ ਪਹਿਨਣਾ ਹੈ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੇ ਨਾ ਜਾਏ। ਹੇ ਪੰਡਤ ਜੀ ਮੈਨੂੰ ਆ ਜਨੇਊ ਦਿਓ, ਦਇਆ ਹੋਵੇ, ਧਰਮ ਦੇ ਗੁਣ ਹੋਣ, ਸਤ ਹੋਵੇ, ਸੰਤੋਖ ਹੋਵੇ। ਇਹ ਤੁਹਾਡੇ ਵਾਲਾ ਜਨੇਊ ਜਿਹਨੂੰ ਕੁਝ ਲੋਕ ਪਹਿਨ ਸਕਦੇ ਨੇ ਕੁਝ ਨਹੀਂ ਪਹਿਨ ਸਕਦੇ, ਕੁਝ ਸਮੇਂ ਬਾਅਦ ਮੈਲਾ ਹੋ ਜਾਂਦਾ ਹੈ, ਟੁੱਟ ਜਾਂਦਾ ਹੈ, ਦੁਬਾਰਾ ਪਹਿਨਣਾ ਪੈਂਦਾ ਹੈ। ਦਇਆ ਨਾ ਮਨੁੱਖ ਚੋਂ ਟੁੱਟੇਗੀ ਨਾ ਮਨੁੱਖ ਚੋਂ ਖਤਮ ਹੋਵੇਗੀ। ਜਿਹੜੇ ਮਨੁੱਖ ਵਿੱਚ ਦਇਆ ਆ ਗਈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਹ ਦਇਆ ਹੀ ਮਨੁੱਖ ਦੇ ਅੰਦਰ ਧਰਮ ਪੈਦਾ ਕਰਦੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਵਿੱਚ ਸਾਨੂੰ ਦੱਸਦੇ ਨੇ ਧੌਲ ਧਰਮ ਦਇਆ ਕਾ ਪੂਤ, ਕਿ ਜਿਹੜਾ ਇਹ ਚਿੱਟਾ ਸਫੈਦ ਧਰਮ ਹੈ ਨਾ ਇਹ ਕਿਹਦਾ ਪੁੱਤਰ ਹੈ? ਦਇਆ ਕਾ ਪੂਤ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਪੰਡਿਤ ਜੀ ਮੈਨੂੰ ਤੁਸੀਂ ਜੇ ਇਸ ਤਰ੍ਹਾਂ ਦਾ ਤੁਹਾਡੇ ਕੋਲ ਕੋਈ ਜਨੇਊ ਹੈ ਨਾ ਜਿਹਦੇ ਵਿੱਚ ਦਇਆ ਹੋਵੇ, ਸਤ ਹੋਵੇ, ਸੰਤੋਖ ਹੋਵੇ, ਧੀਰਜ ਹੋਵੇ, ਸ਼ੁਭ ਗੁਣ ਹੋਣ, ਤੁਸੀਂ ਉਹ ਜਨੇਊ ਮੈਨੂੰ ਪਹਿਨਾ ਦਿਓ, ਪਰ ਆ ਤੁਹਾਡੇ ਵਾਲਾ ਜਨੇਊ ਨਹੀਂ ਪਹਿਨਣਾ। ਅੱਜ ਵੀ ਮੈਂ ਮਾਫੀ ਮੰਗ ਕੇ ਇਹ ਬੇਨਤੀ ਕਰਦਾ ਹਾਂ, ਅੱਜ ਵੀ ਅਸੀਂ ਉਹਨਾਂ ਬ੍ਰਾਹਮਣਾਂ ਦੇ ਪੰਡਤਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਰਹੇ ਹਾਂ। ਜਿਹੜੀ ਗੱਲ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਪਨ ਵਿੱਚ ਨਕਾਰ ਦਿੱਤਾ ਸੀ ਨਾ, ਕਿਉਂਕਿ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਤੇ ਅਸੀਂ ਕੇਵਲ ਤੇ ਕੇਵਲ ਇਸ ਗੱਲ ਦੇ ਅਕਾਲ ਪੁਰਖ ਦੇ ਪੁਜਾਰੀ ਹਾਂ। ਨਾ ਸਾਨੂੰ ਹਿੰਦੂ ਦੀ ਮਰਿਆਦਾ ਨਾਲ ਹੈ ਨਾ ਮੁਸਲਮਾਨ ਦੀ ਮਰਿਆਦਾ ਨਾਲ ਹੈ, ਕਿਉਂਕਿ ਉਸ ਸਮੇਂ ਜਿਹੜੇ ਇਹ ਬ੍ਰਾਹਮਣ ਸਨ ਇਹਨਾਂ ਦੀ ਮਰਿਆਦਾ ਸੀ। ਇਹਨਾਂ ਬਾਰੇ ਇਹ ਆਖਿਆ ਜਾਂਦਾ ਸੀ ਕਿ ਜਿਹੜਾ ਬ੍ਰਾਹਮਣ ਹੈ ਨਾ, ਬ੍ਰਾਹਮਣ ਗੁਰੂ ਹੈ ਜਗਤ ਕਾ, ਕਿ ਸਾਰੇ ਸੰਸਾਰ ਦਾ ਗੁਰੂ ਬ੍ਰਾਹਮਣ ਹੈ। ਜੋ ਬ੍ਰਾਹਮਣ ਕਵੇਗਾ ਉਹ ਸੰਸਾਰ ਨੂੰ ਮੰਨਣਾ ਪਵੇਗਾ, ਉਹ ਮਰਿਆਦਾ ਤੇ ਪਹਿਰਾ ਦੇਣਾ ਪਵੇਗਾ। ਪਰ ਭਗਤ ਸਾਹਿਬਾਨ ਕਹਿੰਦੇ ਗੁਰੂ ਸਾਹਿਬਾਨ ਕਹਿੰਦੇ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਸੰਸਾਰ ਦਾ ਗੁਰੂ ਹੋ ਸਕਦਾ ਹੈ ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਗੁਰੂ ਨਹੀਂ।
ਅੱਜ ਸਾਡੇ घरां ਵਿੱਚ ਸਾਡੀਆਂ ਬੀਬੀਆਂ ਭੈਣਾਂ ਵਰਤ ਰੱਖਦੀਆਂ ਨੇ। ਹੁਣ ਤਾਂ ਇੱਥੋਂ ਤੱਕ ਕਈ ਵਾਰ ਅਕਸਰ ਸੁਣਿਆ ਜਾਂਦਾ ਹੈ ਕਿ ਜੀ ਅਸੀਂ ਉਹ ਦੂਜਾ ਵਰਤ ਨਹੀਂ ਰੱਖਦੇ, ਅਸੀਂ ਤਾਂ ਪੁੰਨਿਆ ਵਾਲਾ ਵਰਤ ਰੱਖਦੇ ਹਾਂ, ਗੁਰੂ ਨਾਨਕ ਦੇਵ ਜੀ ਦਾ ਵਰਤ ਰੱਖਦੇ ਹਾਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵਰਤ ਕਰਹਿ ਚੰਦਰਾਇਣਾ। ਚੰਦਰਾਇਣ ਦਾ ਅਰਥ ਹੈ ਚੰਦਰਮਾ। ਵਰਤ ਕਰਹਿ ਚੰਦਰਾਇਣਾ ਸੇ ਕਿਤੇ ਨਾ ਲੇਖਨ, ਉਹ ਤੁਹਾਡਾ ਕਿਸੇ ਲੇਖੇ ਵਿੱਚ ਨਹੀਂ ਹੈ। ਅੱਜ ਅਸੀਂ ਕਿਸੇ ਬਜ਼ੁਰਗ ਦੇ ਮਰ ਜਾਣ ਤੋਂ ਬਾਅਦ ਅਸੀਂ ਕਈ ਕਿਸਮ ਦੇ ਪਖੰਡ ਕਰਦੇ ਹਾਂ, ਬ੍ਰਾਹਮਣ ਦੀ ਦੱਸੀ ਹੋਈ ਮਰਿਆਦਾ ਮੁਤਾਬਕ ਕਰਦੇ ਹਾਂ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਪਨ ਦੇ ਵਿੱਚ ਹੀ ਸਾਨੂੰ ਇਸ ਗੱਲ ਤੋਂ ਰੋਕ ਗਏ ਸਨ। ਸਾਡਾ ਜਿਹੜਾ ਜੀਵਨ ਹੈ ਗੁਰੂ ਤੋਂ ਇੰਨਾ ਬੇਮੁਖ ਹੋ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਵੇਈ ਨਦੀ ਦਾ ਇਸ਼ਨਾਨ ਕਰਕੇ 3 ਦਿਨ ਮਨੁੱਖੀ ਨਿਗਾਹ ਤੋਂ ਅਲੋਪ ਰਹੇ ਤੇ ਜਦੋਂ ਪ੍ਰਗਟ ਹੋਏ ਜਾ ਕੇ ਸਿਵਿਆਂ ਵਿੱਚ ਬੈਠ ਗਏ। ਆਸੇ-ਪਾਸੇ ਦੇ ਜਿਹੜੇ ਲੋਕ ਸਨ ਉਹਨਾਂ ਵੇਖਿਆ ਕਿ ਇੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ, ਬਿਲਕੁਲ ਸ਼ਾਂਤ ਨੇ, ਕੁਝ ਵੀ ਬੋਲ ਨਹੀਂ ਰਹੇ। ਲੋਕਾਂ ਨੇ ਇੱਕ ਮੌਲਵੀ ਲੈ ਕੇ ਆਂਦਾ। ਜਦੋਂ ਉਹ ਮੌਲਵੀ ਲਿਆਂਦਾ, ਉਹ ਮੌਲਵੀ ਨੇ ਆ ਕੇ ਵੇਖਿਆ, ਉਹਨੇ ਕੁਝ ਧੂਫਾਂ ਤਖਾਈਆਂ, ਕੁਝ ਆਪਣੇ ਜੋ ਵੀ ਜਾਦੂ ਟੂਣੇ ਸਨ ਉਹ ਕਰਨ ਲੱਗ ਪਿਆ ਤੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਬਚਨ ਕਹਿੰਦਾ ਹੈ, ਤੂੰ ਬੋਲ ਕੌਣ ਹੈ ਇਸ ਸਰੀਰ ਵਿੱਚ। ਜਿਵੇਂ ਅੱਜ ਆਪਾਂ ਕਈ ਵਾਰ ਦੇਖਦੇ ਆ ਨਾ, ਪੁੱਛਾਂ ਲੈਣ ਤੁਰੇ ਫਿਰਦੇ ਆ ਜਾਂ ਕਿਸੇ ਬਾਬਿਆਂ ਕੋਲ ਤੁਰੇ ਫਿਰਦੇ ਆ ਜੋ ਸਾਨੂੰ ਸਾਡੇ ਚੰਗੇ ਮਾੜੇ ਬਾਰੇ ਦੱਸਦੇ ਨੇ। ਉਹ ਮੌਲਵੀ ਕਹਿੰਦਾ, ਦੱਸ ਬੋਲ ਤੂੰ ਕੌਣ ਹੈ। ਧੰਨ ਗੁਰੂ ਨਾਨਕ ਦੇਵ ਜੀ ਬਿਲਕੁਲ ਅਡੋਲ ਬੈਠੇ ਨੇ। ਜਦੋਂ ਕਾਫੀ ਸਮਾਂ ਕਈ ਵਾਰ ਉਹਨੇ ਪੁੱਛਿਆ, ਧੰਨ ਗੁਰੂ ਨਾਨਕ ਦੇਵ ਜੀ ਚੁੱਪ ਰਹੇ। ਅਖੀਰ ਅੱਕ ਕੇ ਉਹ ਮੌਲਵੀ ਕਹਿਣ ਲੱਗਾ, ਖੁਦਾ ਦਿਆ ਬੰਦਿਆ, ਖੁਦਾ ਲਈ ਕੁਝ 2 ਅੱਖਰ ਬੋਲ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਖੁਦਾ ਦੀ ਗੱਲ ਤਾਂ ਮੈਂ ਕਰਨ ਆਇਆ ਹਾਂ, ਤੂੰ ਖੁਦਾ ਦੀ ਕਿਹੜੀ ਗੱਲ ਕਰਨੀ ਹੈ, ਤੂੰ ਮੇਰੇ ਨਾਲ ਖੁਦਾ ਦੀ ਗੱਲ ਕਰ। ਖੁਦਾ ਲਈ ਤੇ ਖੁਦਾ ਦਾ ਮੈਸੇਜ ਸੁਨੇਹਾ ਤਾਂ ਮੈਂ ਦੇਣ ਆਇਆ ਹਾਂ। ਉੱਥੇ ਇਸ ਮੌਲਵੀ ਦਾ ਜਿਹੜਾ ਪਖੰਡ ਸੀ ਨਾ, ਲੋਕਾਂ ਨੂੰ ਜਿਹੜਾ ਭਰਮਾਇਆ ਸੀ ਕਿ ਮੈਂ ਲੋਕਾਂ ਵਿੱਚੋਂ ਭੂਤ ਕੱਢ ਦਿੰਦਾ ਹਾਂ, ਮੈਂ ਲੋਕਾਂ ਵਿੱਚੋਂ ਓਪਰੀ ਸ਼ੈ ਕੱਢ ਦਿੰਦਾ ਹਾਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਾਨੂੰ ਇਹ ਬੜਾ ਵੱਡਾ ਸੁਨੇਹਾ ਦਿੱਤਾ ਕਿ ਐ ਗੁਰੂ ਦਿਆ ਸਿੱਖਾ, ਕਦੇ ਵੀ ਗੁਰੂ ਦਾ ਦਰ ਛੱਡ ਕੇ ਕਿਸੇ ਬਾਬੇ ਸਾਧ ਪਖੰਡੀ ਪੁੱਛਾਂ ਵਾਲੇ ਕੋਲ ਨਾ ਜਾਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਹੀ ਇਹ ਘਟਨਾ ਹੈ। ਗੁਰਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ। ਇੱਕ ਬ੍ਰਾਹਮਣ ਜਿਹੜਾ ਲੋਕਾਂ ਨੂੰ ਉਹਨਾਂ ਦੇ ਚੰਗੇ ਮਾੜੇ ਬਾਰੇ ਦੱਸ ਰਿਹਾ ਸੀ ਨਾ, ਗੁਰੂ ਨਾਨਕ ਦੇਵ ਤੇ ਭਾਈ ਮਰਦਾਨਾ ਜੀ ਉੱਥੇ ਸਾਹਮਣੇ ਬੈਠੇ ਨੇ ਤੇ ਉਹਦਾ ਸਾਰਾ ਪਖੰਡ ਵੇਖ ਰਹੇ ਨੇ। ਲੋਕਾਂ ਨੂੰ ਭਵਿੱਖ ਦੱਸ ਰਿਹਾ, ਉਹਨਾਂ ਦੇ ਚੰਗੇ ਮਾੜੇ ਬਾਰੇ ਦੱਸ ਰਿਹਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਇਹਦੇ ਅੱਗੇ ਜਿਹੜਾ ਲੋਟਾ, ਜਿਹੜਾ ਬਰਤਨ ਪਿਆ ਹੈ ਨਾ, ਜਿਹਦੇ ਵਿੱਚ ਲੋਕੀ ਮਾਇਆ ਪਾ ਰਹੇ ਨੇ, ਉਹ ਚੱਕ ਕੇ ਇਹਦੇ ਮਗਰਲੀ ਸਾਈਡ ਰੱਖ ਦੇ, ਲੁਕੋ ਦੇ। ਉਹ ਜਦੋਂ ਉਹਦੇ ਪਿੱਛੇ ਉਹ ਲੋਟਾ ਬਰਤਨ ਮਾਇਆ ਵਾਲਾ ਲੁਕੋ ਦਿੱਤਾ, ਉਸ ਵਿਅਕਤੀ ਨੇ ਜਦੋਂ ਅੱਖਾਂ ਖੋਲ੍ਹੀਆਂ ਵੇਖਿਆ ਕਿ ਮਾਇਆ ਵਾਲਾ ਤੇ ਬਰਤਨ ਨਹੀਂ ਹੈ। ਫਿਰ ਜਦੋਂ ਉਹਨੂੰ ਪੁੱਛਿਆ, ਉਹਨੇ ਰੌਲਾ ਪਾਇਆ ਵੀ ਮੇਰਾ ਬਰਤਨ ਕਿਹਦੇ ਕੋਲ ਹੈ, ਕਿਸ ਕੋਲ ਹੈ ਮੇਰਾ ਮਾਇਆ ਵਾਲਾ ਭਾਂਡਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉੱਥੇ ਬੈਠੇ ਹੋਏ ਲੋਕਾਂ ਨੂੰ ਇਹ ਸੁਨੇਹਾ ਦੇ ਦਿੱਤਾ, ਜਿਹੜਾ ਬੰਦਾ ਆਪਣੇ ਮਗਰ ਪਿਆ ਲੋਟਾ ਪੈਸਿਆਂ ਦਾ ਨਹੀਂ ਵੇਖ ਸਕਦਾ, ਉਹ ਤੁਹਾਡਾ ਭਵਿੱਖ ਕਿੱਥੋਂ ਵੇਖ ਕੇ ਦੱਸ ਸਕਦਾ ਹੈ। ਇਹ ਜਿਹੜੀਆਂ ਘਟਨਾਵਾਂ ਸਨ, ਜੋ ਇਤਿਹਾਸ ਹੈ, ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਚੋਂ ਕੱਢਣ ਲਈ ਗੁਰੂ ਨਾਨਕ ਦੇਵ ਜੀ ਨੇ ਘਟਨਾਵਾਂ ਵਾਪਰੀਆਂ। ਕਿਉਂਕਿ ਭਾਈ ਗੁਰਦਾਸ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ,
बाबा देखै ध्यान धर, जलती सब पृथ्वी दिस आई, बाजों गुरु गुबार है कर दी सुनी लुकाई। बाबे भेख बनाया उदासी दी रीत चलाई, चढ़िया सोधन तरत लगाई। कि जेड़े लोग सन ना ਉਹ ਹਾਏ ਹਾਏ ਕਰਦੇ ਪਏ ਸਨ, ਉਹ ਬੜੇ ਦੁਖੀ ਸਨ, ਜ਼ੁਲਮ ਤੋਂ ਪਾਪ ਤੋਂ ਇੰਨੇ ਜ਼ਿਆਦਾ ਦੁਖੀ ਸਨ, ਰੋਂਦੇ ਸਨ, ਕਰਲਾਉਂਦੇ ਸਨ। ਫਿਰ ਧੰਨ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਾਨੂੰ ਇਹਨਾਂ ਕਾਜ਼ੀਆਂ ਬ੍ਰਾਹਮਣਾਂ ਪੰਡਤਾਂ ਦੇ ਕੋਲੋਂ ਇਸ ਕਿਸਮ ਦਾ ਬਚਨ ਦਾ ਸੁਨੇਹਾ ਦਿੱਤਾ ਨਾ, ਉੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੇ ਦੋ ਪੱਖ ਜਿਹੜੇ ਹਰ ਇੱਕ ਮਨੁੱਖ ਦੇ ਜੀਵਨ ਨਾਲ ਸੰਬੰਧ ਰੱਖਦੇ ਨੇ, ਸਾਨੂੰ ਉਹ ਪੱਖ ਸਮਝਾਏ। ਅਸੀਂ ਆਪਣੇ ਬੱਚਿਆਂ ਨੂੰ ਵਿਦਿਆ ਸਿਖਾਉਂਦੇ ਹਾਂ। ਸੰਗਤ ਨੂੰ ਮੈਂ ਬੇਨਤੀ ਕਰਾਂ, ਕਿਰਪਾ ਕਰਕੇ ਟਿਕਾ ਬਣਾ ਕੇ ਰੱਖੀਏ ਤਾਂ ਜੋ ਸਾਡਾ ਜਿਹੜਾ ਇਕਾਗਰ ਚਿੱਤ ਹੈ ਨਾ, ਉਹ ਕਿਤੇ ਲਾਂਭੇ ਨਾ ਚਲਾ ਜਾਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਬਚਪਨ ਦੇ ਵਿੱਚ ਸਕੂਲ ਪੜ੍ਹਨ ਜਾਣਾ, ਪਾਂਧੇ ਕੋਲ ਜਾਣਾ, ਤੇ ਪਾਂਧਾ ਜੋ ਪੜ੍ਹਾਉਂਦਾ ਸੀ, ਪਾਂਧੇ ਨੂੰ ਸਵਾਲ ਕੀਤਾ, ਲਫ਼ਜ਼ ਟੀਚਰ ਵਰਤ ਲਓ, ਗੁਰੂ ਵਰਤ ਲਓ, ਅਧਿਆਪਕ ਵਰਤ ਲਓ, ਪਾਂਧਾ ਵਰਤ ਲਓ, ਕਿ ਹੇ ਟੀਚਰ ਜੀ, ਹੇ ਅਧਿਆਪਕ ਜੀ, ਇਹ ਜਿਹੜੀ ਤੁਸੀਂ ਵਿਦਿਆ ਪੜ੍ਹਾ ਰਹੇ ਹੋ, ਇਹ ਸਾਡੇ ਜੀਵਨ ਵਿੱਚ ਕੰਮ ਆਵੇਗੀ? ਇਹ ਵਿਦਿਆ ਪੜ੍ਹਨ ਦਾ ਕੀ ਗੁਣ, ਇਸ ਵਿਦਿਆ ਨੂੰ ਪੜ੍ਹਾਈ ਨੂੰ ਕਰਨ ਦਾ ਕੀ ਲਾਭ ਹੈ ਕਿ ਇਹ ਜੇ ਮੇਰੀ ਜ਼ਿੰਦਗੀ ਵਿੱਚ ਕੰਮ ਆਵੇ? ਹੇ ਪੰਡਤ ਜੀ, ਆ ਜਿਹੜੀ ਵਿਦਿਆ ਤੁਸੀਂ ਪੜ੍ਹਾ ਰਹੇ ਹੋ ਨਾ, ਆ ਜੋ ਤੁਸੀਂ ਸਾਨੂੰ ਪੜ੍ਹਾਈ ਕਰਾ ਰਹੇ ਹੋ, ਇਹ ਸਾਡੇ ਜੀਵਨ ਵਿੱਚ ਕੰਮ ਆਉਣ ਵਾਲੀ ਨਹੀਂ। ਇਹ ਕੁਝ ਅੱਖਰਾਂ ਦਾ ਗਿਆਨ ਹੈ, ਜਿੱਥੇ ਸਾਡੇ ਵਿੱਚ ਪਹਿਲਾਂ ਇੰਨਾ ਹੰਕਾਰ ਭਰਿਆ ਪਿਆ ਹੈ ਨਾ, ਸਾਡੇ ਵਿੱਚ ਇੰਨੀ ਹਉਮੈ ਹੈ, ਇਹ ਕੁਝ ਅੱਖਰਾਂ ਦਾ ਵੀ ਮਨੁੱਖ ਨੂੰ ਹੰਕਾਰ ਹੋ ਜਾਂਦਾ ਹੈ ਕਿ ਮੈਂ ਇੰਨਾ ਪੜ੍ਹਿਆ ਹਾਂ, ਮੈਂ ਇੰਨਾ ਵਿਦਵਾਨ ਹਾਂ, ਮੇਰੇ ਕੋਲ ਆਹ ਡਿਗਰੀ ਹੈ। ਇਹ ਹੰਕਾਰ ਹੋ ਜਾਂਦਾ ਹੈ ਕਿ ਪੰਡਤ ਜੀ, ਅਧਿਆਪਕ ਜੀ, ਜਿੱਥੇ ਪਹਿਲਾਂ ਅਸੀਂ ਇੰਨੇ ਹੰਕਾਰ ਦੇ ਭਰੇ ਹਾਂ, ਇਹਨਾਂ ਅੱਖਰਾਂ ਦੇ ਹੰਕਾਰ ਦੀ ਪੰਡ ਅਸੀਂ ਇੱਕ ਹੋਰ ਚੁੱਕ ਲਵਾਂਗੇ। ਅਸੀਂ ਇਹ ਪੜ੍ਹਾਈ ਜੋ ਤੁਹਾਡੀ ਪੜ੍ਹਾਈ ਹੈ ਨਾ, ਅੱਜ ਵੀ ਆਪਾਂ ਦੇਖਦੇ ਹਾਂ ਕਈ ਵਾਰ ਕੀ ਹੁੰਦਾ ਹੈ ਕਿ ਬੱਚਾ ਚੰਗਾ ਪੜ੍ਹ ਲਿਖ ਜਾਵੇ ਨਾ, ਤੇ ਆਪਣੇ ਪੇਂਡੂ ਮਾਤਾ ਪਿਤਾ ਨੂੰ ਜਾਂ ਦਾਦਾ ਦਾਦੀ ਨੂੰ ਦੇਖ ਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਵਿਚਾਰ ਆ ਜਾਂਦੀ ਹੈ ਕਿ ਇਹ ਦੇਸੀ ਜੇ ਨੇ, ਇਹਨਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੈ, ਹੁਣ ਜ਼ਮਾਨਾ ਕਿਸ ਤਰ੍ਹਾਂ ਦਾ, ਇਹ ਪੜ੍ਹਾਈ ਕਰਕੇ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੇ ਪਾਂਧਾ ਜੀ, ਮੈਂ ਇਸ ਤਰ੍ਹਾਂ ਦੀ ਪੜ੍ਹਾਈ ਨਹੀਂ ਚਾਹੁੰਦਾ, ਮੈਂ ਚਾਹੁੰਦਾ ਹਾਂ ਉਹ ਪੜ੍ਹਾਈ ਹੋਵੇ ਜਿਹੜੀ ਮਨੁੱਖ ਨੂੰ ਬੰਦਾ ਬਣਾ ਦੇਵੇ। ਇਹ ਨਾ ਹੋਵੇ ਕਿ ਮਨੁੱਖ ਬੰਦਾ ਬਣਨ ਦੀ ਬਜਾਏ ਲੋਕਾਂ ਨੂੰ ਨਫ਼ਰਤ ਕਰੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਨੂੰ ਇਹ ਸੁਨੇਹਾ ਦੇ ਕੇ ਗਏ ਕਿ ਜੇਕਰ ਮਨੁੱਖ ਵਿਦਿਆ ਪੜ੍ਹੇ, ਉਹਦੀ ਜ਼ਿੰਦਗੀ ਵਿੱਚ ਆਵੇ, ਉਹ ਵਿਦਿਆ ਦਾ ਗਿਆਨ ਉਹਦੀ ਜ਼ਿੰਦਗੀ ਵਿੱਚ ਆਵੇ, ਉਹ ਕਿਸੇ ਨੂੰ ਨਫ਼ਰਤ ਨਾ ਕਰੇ, ਉਹ ਕਿਸੇ ਨੂੰ ਊਚ ਨੀਚ ਦੀ ਨਿਗਾਹ ਨਾਲ ਨਾ ਦੇਖੇ, ਉਹ ਸਾਰਿਆਂ ਨੂੰ ਬਰਾਬਰ ਦੇਖੇ। ਪਰ ਕਈ ਵਾਰ ਜਦੋਂ ਮਨੁੱਖ ਥੋੜਾ ਪੜ੍ਹ ਜਾਵੇ, ਆਪਣੇ ਆਪ ਨੂੰ ਪੜ੍ਹਿਆ ਲਿਖਿਆ ਦੱਸ ਕੇ ਤੇ ਊਚ ਨੀਚ, ਛੋਟਾ ਵੱਡਾ, ਗਰੀਬ ਅਮੀਰ ਦੇਖਣ ਲੱਗ ਪੈਂਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਦੀ ਜ਼ਿੰਦਗੀ ਦਾ ਇੱਕ ਪੜਾਅ ਪੜ੍ਹਾਈ ਬਾਰੇ ਦੱਸਿਆ, ਦੂਜਾ ਮਨੁੱਖ ਦੀ ਜ਼ਿੰਦਗੀ ਦਾ ਪੜਾਅ ਹੈ ਵਪਾਰ ਕਰਨਾ। ਅਸੀਂ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਾਉਂਦੇ ਹਾਂ ਨਾ, ਅਸੀਂ ਇਹ ਗੱਲ ਆਖਦੇ ਹਾਂ ਕਿ ਬੇਟਾ ਜਾਂ ਬੇਟੀ, ਧੀਏ, ਜੇ ਆਹ ਪੜ੍ਹਾਈ ਕਰੇਂਗੀ ਡਾਕਟਰ ਬਣ ਜਾਵੇਂਗੀ, ਇੰਜੀਨੀਅਰ ਬਣ ਜਾਵੇਂਗੀ, ਜੇ ਆਹ ਕਰੇਂਗੀ ਤੂੰ ਵਿਦੇਸ਼ ਚਲੀ ਜਾਵੇਂਗੀ। ਤੇ ਵਪਾਰ ਦਾ ਇੱਕ ਇਹ ਗੁਣ ਹੈ
कि मनुख कोई वस्तु खरीदे उन्होंने घट रेट ते खरीद के ते वध रेट ते बेचे। ते जदों कई बार मनुख वपार की दुनिया में जाता है, वध रेट ते चीज़ नूं वेचदा है ना, तो वो जिहड़ा मनुख है वो लोकां दा जिहड़ा हक सच की कमाई है ना उन्होंने खाण खोहण लग पैंदा है, लोकां दा हक खाण लग पैंदा है। धन गुरु नानक देव जी कहण लगे, ऐ गुरु दया सिखा, जे तू अपनी जिंदगी दे विच वपार करना है, वपारी बनना है, ते तू इस तरह का वपारी ना बनी कि दूजियां दा हक खो के खाण वाला होवें। तू इस तरह का वपारी बनी अपनी घाल कमाई दे विचों किसी दे हाथ ते प्रशादा रख सकदा होवें। घाल खाए किश हत्थों दे, नानक राह पछाणै से। धन गुरु नानक देव सच्चे पातशाह जी ने जदों लंगर लाया ना, तो आपां पढ़ते हाँ कि गुरु नानक देव जी ने भुखे साधुआं नूं लंगर छकाया। वो लंगर ये नहीं कि एक समय का लंगर छका दिता ते बस काम खत्म। लंगर छकाउण दा मकसद ये सी उन्हां लोड़वंदां नूं भुखियां नूं इकट्ठियां कीता। उत्थे लंगर जिथे दुनियावी तौर ते सरीरक तौर ते भुख मिटाई, उत्थे लंगर शब्द का वरताया, उन्हां दी आत्मक भुख मिटाई, उन्हां नूं समझाया कि तुसी अपनी दसां नौहां दी किरत करो। वो अपनी किरत करन लगे, अपनी रोजी रोटी कमाउण लगे। धन गुरु नानक देव सच्चे पातशाह जी ने एक समय का लंगर नहीं लाया, उन्होंने उन्हां दी किरत ते ला के उपदेश दे के जदों वो अपनी किरत करन लग पे, उन्हां दे घर रोज़ प्रशादा बन लग पिया। इसलिए लंगर की जिहड़ी मर्यादा अजे तक चलती आ रही है। धन गुरु नानक देव सच्चे पातशाह जी ने अपनी जिंदगी दे विच ये नहीं कि जदों पिता मेहता कालू जी ने सच्चा सौदा करन लई भेजिया सी ते इत्थे ही सौदा कीता, इत्थे ही व्यापार कीता। धन गुरु नानक देव सच्चे पातशाह जदों अपनी भैन दे कोल सुल्तानपुर लोधी की धरती ते सी, मोदी खाने दे विच उत्थे नौकरी करते सन, उत्थे भी धन गुरु नानक देव जी ने व्यापार किया। ये समा सी, वो समा सी जदों पैसे की घट ते अनाज की ही ज़्यादा वरतों की जाती सी, कोई भी वस्तु खरीदनी होवे जां बेचनी होवे। अज समा ऐसा बन गया, मनुख कोल जिन्ना अनाज हुंदा है सारा अनाज वेच के वो माया ले लैंदा है ते वो माया नूं हौली हौली खर्चदा है। पर आपां कुछ समा पछां चले जाइए ना, अक्सर आपां ये गल देखते सां, कुछ अनाज लैके अक्सर दुकानां तो सौदा खरीदा वेचिया जांदा सी। धन गुरु नानक देव सच्चे पातशाह जी नूं इत्थे जिहड़ी नौकरी मिली ना, जिहड़ी जनता शब्द वरत लो, लोक शब्द वरत लो, वो कुछ अनाज दे के कुछ अनाज खरीदते सन। ते धन गुरु नानक देव सच्चे पातशाह जी ने उस अनाज का सब हिसाब किताब रखना हुंदा सी। धन गुरु नानक देव सच्चे पातशाह जी तो पहला जिन्ने इत्थे मोदी सन सारे भ्रिष्ट सन, क्योंकि जिहड़ा व्यापारी हुंदा है उहदी सोच का बड़ा फर्क हुंदा। अपनी जेकर किसी का अनाज खरीदना तो तोलण लई वट्टे होर होने, तो जदों किसी नूं अनाज कोलों देना तो उदों वट्टे होर होने। इस तरह जिहड़ी जनता सी उन्हां नूं लुटदे सन। जदों धन साहिब श्री गुरु नानक देव सच्चे पातशाह जी ने इत्थे ड्यूटी संभाली, जो अनाज आउंदा है जां जो अनाज वंडदे ने वट्टे उही ने, ते जदों अनाज दिंदे ने अकाल पुरख की वडियाई करते ने। इत्थे धन गुरु नानक देव जी दे कोल एक इलाके का चौधरी आया, जिहदा इतिहास दे विच नाम भाई भगीरथ जी है। जदों भाई भगीरथ जी आए ना, इलाके के चौधरी ने अपने नौकर चाकर लैके इथों अनाज लैन जदों आए,
ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੌਕਰਾਂ ਨੂੰ ਕਹਿ ਦਿੱਤਾ ਵੀ ਤੁਸੀਂ ਸਾਈਡ ਤੇ ਹੋ ਜਾਵੋ, ਕਿ ਜੋ ਇਹਨਾਂ ਦਾ ਸਮਾਨ ਹੈ ਉਹ ਮੈਂ ਖੁਦ ਜੋਖਾਂਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲੇ ਤਾਂ ਅਨਾਜ ਪਾ ਰਹੇ ਨੇ ਤੇ ਨਾਲੇ ਆਪਣੇ ਮੁਖ ਤੋਂ ਗਿਣਤੀ ਉਚਾਰ ਰਹੇ ਨੇ। ਅਨਾਜ ਪਾ ਰਹੇ ਨੇ ਤੇ ਮੁਖ ਤੋਂ ਕਹਿ ਰਹੇ ਨੇ ਇੱਕ ਇੱਕ, ਕਿਉਂਕਿ ਇਹ ਗੱਲ ਵੇਖੀ ਹੈ ਕਿ ਜਦੋਂ ਕੋਈ ਦੁਕਾਨਦਾਰ ਸਾਡੇ ਘਰੋਂ ਸ਼ਮਾਈ ਕੋਈ ਅਨਾਜ ਲੈਣ ਆਉਣਾ, ਜਦੋਂ ਉਹਨੇ ਤੱਕੜੀ ਤੇ ਇਹ ਸਮਾਨ ਜੋਖਣਾ, ਗੱਟੇ ਵਿੱਚ ਪਾਉਣਾ, ਜਿੰਨਾ ਸਮਾਂ ਦੂਜਾ ਪੱਲੜਾ ਗੱਟੇ ਵਿੱਚ ਨਹੀਂ ਸੀ ਨਾ ਪਾਉਂਦਾ, ਉਹਨਾਂ ਸਮਾਂ ਪਹਿਲਾਂ ਵਾਲੀ ਗਿਣਤੀ ਹੀ ਰਿਪੀਟ ਕਰਦਾ ਸੀ। ਧੰਨ ਗੁਰੂ ਨਾਨਕ ਦੇਵ ਜੀ ਅਨਾਜ ਪਾ ਰਹੇ ਨੇ, ਮੁਖ ਤੋਂ ਬੋਲ ਰਹੇ ਨੇ ਇੱਕ ਇੱਕ ਇੱਕ। ਭਾਈ ਭਗੀਰਥ ਜੀ ਦੇਖ ਰਹੇ ਨੇ, ਹੈਰਾਨ ਨੇ ਕਿ ਇੰਨੇ ਪੱਲੜੇ ਪਾ ਦਿੱਤੇ, ਅਜੇ ਤੇ ਇੱਕ ਇੱਕ ਤੇ ਹੀ ਰੁਕੇ ਨੇ। ਭਾਈ ਭਗੀਰਥ ਜੀ ਕਹਿੰਦੇ ਬਾਬਾ ਇਦੋਂ ਅੱਗੇ ਵੀ ਗਿਣਤੀ ਬੋਲੋ, ਤੁਸੀਂ ਤਾਂ ਇੱਕ ਤੇ ਹੀ ਰੁਕ ਗਏ। ਧੰਨ ਗੁਰੂ ਨਾਨਕ ਦੇਵ ਜੀ ਭਾਈ ਭਗੀਰਥ ਜੀ ਅੱਲੀ ਵੇਖਿਆ, ਮੁਸਕਰਾਏ ਤੇ ਫਿਰ ਕਹਿਣ ਲੱਗੇ ਸੱਤ ਸੱਤ ਸੱਤ। ਭਾਈ ਭਗੀਰਥ ਜੀ ਫਿਰ ਹੈਰਾਨ ਕਿ ਇਹ ਕੀ ਗਿਣਤੀ ਹੋਈ ਕਿ ਇੱਕ ਨਾ ਦੋ ਨਾ ਤਿੰਨ। ਕਹਿਣ ਲੱਗੇ ਬਾਬਾ ਦੋ ਤਿੰਨ ਤਾਂ ਗਿਣਿਆ ਹੀ ਨਹੀਂ। ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਉਹ ਅਨਾਜ ਪਾਉਂਦੇ ਗਏ ਤੇ ਭਾਈ ਭਗੀਰਥ ਜੀ ਕਹਿਣ ਲੱਗੇ ਬਾਬਾ ਬਸ ਕਰ, ਅਨਾਜ ਬਹੁਤ ਹੋ ਗਿਆ, ਜਿਹੜੇ ਹਿਸਾਬ ਨਾਲ ਤੂੰ ਗਿਣਤੀ ਗਿਣ ਰਿਹਾ ਹੈ ਨਾ, ਤੇ ਤੂੰ ਇਸ ਮੋਦੀ ਨੂੰ, ਇਸ ਮੋਦੀਖਾਨੇ ਨੂੰ ਉਜਾੜ ਦੇਵੇਂਗਾ, ਤੇ ਤੂੰ ਆਪਣੀ ਜਿਹੜੀ ਗਿਣਤੀ ਹੈ ਇਹਦੇ ਵੱਲ ਧਿਆਨ ਦੇ, ਤੂੰ ਬਾਕੀ ਅੱਖਰ ਕਿਉਂ ਨਹੀਂ ਗਿਣਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭਗੀਰਥ ਜੀ ਮੈਨੂੰ ਅੱਖਰ ਕੇਵਲ ਆਹੀ ਚੰਗੇ ਲੱਗਦੇ ਨੇ। ਉਹ ਹੈਰਾਨ, ਕਹਿਣ ਲੱਗਾ ਬਾਬਾ ਜਿਹੜੀ ਗਿਣਤੀ ਹੈ ਇਹ ਹਿਸਾਬ ਕਿਤਾਬ ਕਰਨ ਲਈ ਹੈ, ਇਹ ਜਿਹੜੀ ਗਿਣਤੀ ਹੈ ਇਹ ਕੋਈ ਚੰਗੀ ਲੱਗਣ ਲਈ ਥੋੜਾ ਹੈ। ਚੱਲ ਜੇ ਤੂੰ ਇਹ ਗੱਲ ਕਹਿਣਾ ਹੈ ਨਾ ਕਿ ਮੈਨੂੰ ਇਹ ਅੱਖਰ ਚੰਗੇ ਲੱਗਦੇ ਨੇ, ਮੈਂ ਤੇਰੇ ਕੋਲੋਂ ਪੁੱਛ ਲੈਂਦਾ ਹਾਂ ਵੀ ਇਹ ਤੈਨੂੰ ਅੱਖਰ ਚੰਗੇ ਕਿਉਂ ਲੱਗਦੇ ਨੇ, ਦੂਜੇ ਅੱਖਰ ਕਿਉਂ ਨਹੀਂ ਚੰਗੇ ਲੱਗਦੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਦੁਨੀਆ ਦੇ ਵਿੱਚ ਇੱਕ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ। ਇਸ ਦੁਨੀਆ ਦੇ ਵਿੱਚ ਇਹ ਜਿੰਨਾ ਪਸਾਰਾ ਹੈ ਨਾ, ਸਾਰਾ ਇੱਕ ਦਾ ਪਰਮਾਤਮਾ ਦਾ ਪਸਾਰਾ ਹੈ। ਮਨੁੱਖ ਨੇ ਇੱਥੇ ਆ ਕੇ ਕਈ ਕੁਝ ਬਣਾ ਲਿਆ, ਕਈਆਂ ਦੀ ਪੂਜਾ ਆਰੰਭ ਕਰ ਦਿੱਤੀ, ਪਰ ਅਸਲ ਦੇ ਵਿੱਚ ਇੱਕ ਅਕਾਲ ਪੁਰਖ ਹੈ ਤੇ ਉਹਦੀ ਹੀ ਪੂਜਾ ਕਰਨੀ ਚਾਹੀਦੀ ਹੈ। ਕਹਿਣ ਲੱਗੇ ਫਿਰ ਸੱਤ ਤੈਨੂੰ ਕਿਉਂ ਚੰਗਾ ਲੱਗਾ। ਕਹਿਣ ਲੱਗਾ ਭਾਈ ਭਗੀਰਥ ਜੀ ਇਹ ਸੱਤ ਮੈਨੂੰ ਤਾਂ ਚੰਗਾ ਲੱਗਾ ਕਿਉਂਕਿ ਉਹ ਜਿਹੜਾ ਇੱਕ ਹੈ ਨਾ ਉਹ ਹੀ ਸੱਤ ਹੈ, ਉਹ ਹੀ ਸਦੀਵ ਰਹਿਣ ਵਾਲਾ ਹੈ, ਉਹ ਨਾਸ਼ ਹੋਣ ਵਾਲਾ ਨਹੀਂ। ਤੇ ਉਹ ਜਿਹੜਾ ਅਕਾਲ ਪੁਰਖ ਇੱਕ ਹੈ, ਸੱਤ ਹੈ, ਮਨੁੱਖ ਨੂੰ ਚਾਹੀਦਾ ਹੈ ਆਪਣਾ ਆਪ ਉਹਨੂੰ ਸਮਰਪਿਤ ਕਰ ਦੇਣਾ। ਭਾਈ ਭਗੀਰਥ ਜੀ ਹੈਰਾਨ ਹੋਏ ਤੇ ਕਹਿਣ ਲੱਗੇ ਬਾਬਾ ਜਿਹੜੇ ਹਿਸਾਬ ਨਾਲ ਤੂੰ ਇਹ ਇੰਨਾ ਕੁਝ ਇੱਥੇ ਕਰ ਰਿਹਾ ਹੈ ਨਾ, ਤੇ ਮੈਨੂੰ ਨਹੀਂ ਲੱਗਦਾ ਤੂੰ ਇੱਥੇ ਮੁਨਾਫੇ ਵਿੱਚ ਹੋਵੇਂਗਾ। ਕੁਝ ਸਮਾਂ ਪਾ ਕੇ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਸੀ ਨਾ, ਸ਼ੱਕ ਹੋਇਆ ਕਿ ਜਿਹੜੇ ਹਿਸਾਬ ਨਾਲ ਗੁਰੂ ਨਾਨਕ ਦੇਵ ਜੀ ਗਰੀਬਾਂ ਨੂੰ ਅਨਾਜ ਵੰਡ ਰਹੇ ਨੇ ਨਾ, ਤੇ ਇਹਨੇ ਤਾਂ ਮੋਦੀਖਾਨਾ ਲੁਟਾ ਦੇਣਾ ਹੈ। ਤੇ ਜਦੋਂ ਹਿਸਾਬ ਹੋਇਆ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਾਇਆ ਪੱਖੋਂ ਵਾਧਾ ਰਿਹਾ। ਕਹਿਣ ਤੋਂ ਭਾਵ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਧੰਨ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਗੱਲ ਦੱਸ ਰਹੇ ਨੇ ਕਿ ਐ ਗੁਰੂ ਦਾ ਸਿੱਖ, ਜੇ ਤੂੰ ਇਮਾਨਦਾਰੀ ਦੇ ਨਾਲ ਵਪਾਰ ਕਰੇਗਾ ਨਾ, ਤੇ ਦਸਾਂ ਨੌਹਾਂ ਦੀ ਕਿਰਤ ਕਮਾਈ, ਕਿਸੇ ਦੇ ਹੱਥ ਤੇ ਰੋਟੀ ਧਰੇਗਾ, ਕਿਸੇ ਨੂੰ ਪ੍ਰਸ਼ਾਦਾ ਛਕਾਵੇਂਗਾ, ਕਿਸੇ ਦੇ ਘਰ ਰੋਟੀ ਪੱਕਦੀ ਕਰੇਗਾ ਨਾ, ਤੇਰਾ ਜੀਵਨ ਸੁਖੀ ਹੋਵੇਗਾ, ਤੂੰ ਕਦੇ ਘਾਟੇ ਵਿੱਚ ਨਹੀਂ ਜਾਵੇਂਗਾ।
ਇੱਥੇ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਗੱਲ ਆਖਦੇ ਨੇ ਕਿ ਦੇਖੋ, ਜਿੱਥੇ ਸ਼ੱਕ ਪੈ ਜਾਵੇ ਨਾ, ਉਹ ਜਿਹੜਾ ਰਿਸ਼ਤਾ ਹੈ ਉਹ ਬਹੁਤਾ ਲੰਮਾ ਸਮਾਂ ਨਹੀਂ ਚੱਲਦਾ। ਕਿ ਹੁਣ ਮੈਂ ਇਹ ਜਿਹੜੀ ਡਿਊਟੀ ਹੈ, ਇਹ ਦੁਕਾਨਦਾਰੀ ਦੀ, ਮੋਦੀ ਖਾਨੇ ਦੀ, ਇਹ ਮੈਂ ਨਹੀਂ ਕਰਨੀ। ਕੱਲ ਨੂੰ ਤੁਹਾਨੂੰ 4 ਬੰਦੇ ਆ ਕੇ ਆਖਣਗੇ ਜੀ ਇਹਨਾਂ ਨੇ ਫਿਰ ਕੋਈ ਨਾ ਕੋਈ ਘਾਟਵਾਦ ਕੀਤੀ ਹੈ, ਤੁਸੀਂ ਹਿਸਾਬ ਕਰੋ। ਇਸ ਕਰਕੇ ਹੁਣ ਮੈਂ ਇਹ ਜਿਹੜੀ ਕਾਰ ਹੈ ਇਹ ਮੈਂ ਛੱਡਣੀ ਚਾਹੁੰਦਾ ਹਾਂ। ਭਾਗਾਂ ਵਾਲਿਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪੜ੍ਹਾਈ ਦਾ ਪੱਖ ਵੀ ਦੱਸਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਪਾਰ ਕਰਨ ਦਾ ਪੱਖ ਵੀ ਦੱਸਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਬਿਆਂ ਕੋਲੋਂ, ਪੁੱਛਾਂ ਵਾਲਿਆਂ ਕੋਲੋਂ, ਭਵਿੱਖ ਦੱਸਣ ਵਾਲਿਆਂ ਕੋਲੋਂ ਵੀ ਬਚਾਇਆ ਤੇ ਸਾਨੂੰ ਧਰਮ ਦੇ ਕਰਮ ਕਾਂਡਾਂ ਤੋਂ ਵੀ ਬਚਾਇਆ। ਜਿਹੜੇ ਧਰਮ ਦੇ ਕਰਮ ਕਾਂਡ ਕਰਦੇ ਆ ਨਾ, ਸਾਨੂੰ ਲੱਗਦਾ ਹੈ ਕਿ ਇਹ ਜਿਹੜਾ ਧਰਮ ਹੈ ਇਹ ਧਰਮ ਦਾ ਹੈ। ਕਈ ਵਾਰ ਨਾ ਸਾਡੇ ਮਨ ਵਿੱਚ ਇੱਕ ਭੁਲੇਖਾ ਹੁੰਦਾ ਹੈ। ਮੰਨ ਲਓ ਗੁਰਦੁਆਰੇ ਜੋਤ ਲਾ ਦਿੱਤੀ, ਜਾਂ ਅਸੀਂ ਕੋਈ ਮੁੰਦਰੀ, ਕੋਈ ਨਗ ਵਾਲੀ ਛਾਪ ਪਾ ਲਈ, ਜਾਂ ਅਸੀਂ ਕਿਸੇ ਰੁੱਖ ਦੀ ਪੂਜਾ ਕਰ ਲਈ। ਜਿਹੜਾ ਮਨੁੱਖ ਸੇਵਾ ਇਸ ਤਰ੍ਹਾਂ ਦੀ ਕਰਦਾ, ਉਹਨੂੰ ਲੱਗਦਾ ਹੈ ਵੀ ਮੈਂ ਧਰਮੀ ਹਾਂ, ਇਹ ਧਰਮ ਦਾ ਕੰਮ ਹੈ। ਪੱਥਰਾਂ ਦੀ ਪੂਜਾ ਕਰ ਲੈਣੀ, ਮੂਰਤੀਆਂ ਦੀ ਪੂਜਾ ਕਰ ਲੈਣੀ, ਮਨੁੱਖ ਨੂੰ ਇਹ ਲੱਗਦਾ ਹੈ ਵੀ ਇਹ ਧਰਮ ਦਾ ਕੰਮ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਰਮ ਧਰਮ ਪਾਖੰਡ ਜੋ ਦਿਸੈ। ਇਹ ਲਫ਼ਜ਼ ਨੂੰ ਫਿਰ ਸੁਣਿਆ ਜੇ, ਕਰਮ ਧਰਮ ਪਾਖੰਡ ਜੋ ਦਿਸੈ, ਕਿ ਧਰਮ ਦੇ ਕਰਮ, ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ। ਕਿ ਜਿਹੜੇ ਗੁਰੂ ਦੀ ਦੱਸੀ ਹੋਈ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ, ਤੇ ਜੇ ਅਸੀਂ ਉਹ ਕਰਮ ਕਰਾਂਗੇ, ਉਹ ਸਾਡੇ ਧਰਮ ਦੇ ਕਰਮ ਪਖੰਡ ਹੈ, ਉਹਨਾਂ ਦੀ ਸਾਨੂੰ ਸਜ਼ਾ ਭੁਗਤਣੀ ਪਵੇਗੀ। ਉਹ ਗੁਰੂ ਦੀ ਨਿਗਾਹ ਵਿੱਚ ਪ੍ਰਵਾਨ ਨਹੀਂ। ਤੇ ਜਿਹੜਾ ਪੁੱਤ ਪਿਓ ਦੇ ਕਹਿਣੇ ਵਿੱਚ ਨਾ ਚੱਲੇ, ਪਿਓ ਦੇ ਕਹਿਣੇ ਤੋਂ ਬਾਹਰ ਹੋਵੇ, ਤੇ ਪਿਓ ਦੀ ਉਸ ਪੁੱਤ ਨੂੰ ਖੁਸ਼ੀ ਨਹੀਂ ਮਿਲਦੀ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਿਆ। ਅਸੀਂ ਉਸ ਗੁਰੂ ਪਿਤਾ ਨੂੰ ਯਾਦ ਕਰਦੇ ਹਾਂ ਜਿਹੜੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੰਨੇ ਗੁਣ ਬਖਸ਼ੇ। ਇਤਿਹਾਸ ਜਦੋਂ ਆਪਾਂ ਦੂਜੇ ਧਰਮਾਂ ਦਾ ਪੜ੍ਹਦੇ ਹਾਂ ਨਾ, ਮਹਾਤਮਾ ਬੁੱਧ ਦਾ ਆਪ ਜੀ ਨੇ ਨਾਮ ਸੁਣਿਆ ਹੋਵੇਗਾ। ਸਾਧ ਸੰਗਤ ਜੀ ਇੱਧਰ ਧਿਆਨ ਦਿਆ ਜੇ, ਆਪ ਜੀ ਨੇ ਮਹਾਤਮਾ ਬੁੱਧ ਦਾ ਨਾਮ ਸੁਣਿਆ ਹੋਵੇਗਾ। ਉਹਦਾ ਇੱਕ ਬੜਾ ਪਿਆਰਾ ਚੇਲਾ ਸੀ ਜਿਸ ਦਾ ਨਾਮ ਆਨੰਦ ਸੀ। ਉਹ ਕਿਸੇ ਨਗਰ ਗਿਆ, ਉੱਥੇ ਉਹਨੇ ਜਾ ਕੇ ਆਪਦੇ ਧਰਮ ਦਾ ਉਪਦੇਸ਼ ਕੀਤਾ। ਜਦੋਂ ਉਹਨੇ ਆਪਣੇ ਧਰਮ ਦਾ ਉਪਦੇਸ਼ ਕੀਤਾ ਤੇ ਉਪਦੇਸ਼ ਕਰਕੇ, ਗਿਆਨ ਦੇ ਕੇ ਤੇ ਵਾਪਸ ਮਹਾਤਮਾ ਬੁੱਧ ਜੀ ਕੋਲ ਆ ਗਏ। ਉੱਥੋਂ ਨਗਰ ਦੀ ਇੱਕ ਬੀਬੀ ਲਫ਼ਜ਼ ਵਰਤ ਲਓ, ਚਾਹੇ ਉਹ ਬੜੀ ਅਮੀਰ ਲੜਕੀ ਸੀ, ਉਹ ਮਹਾਤਮਾ ਬੁੱਧ ਜੀ ਕੋਲ ਆਏ ਤੇ ਆ ਕੇ ਉਹ ਮਹਾਤਮਾ ਬੁੱਧ ਜੀ ਨੂੰ ਕਹਿਣ ਲੱਗੀ ਕਿ ਐ ਸੰਤ ਜੀ, ਐ ਮਹਾਤਮਾ ਬੁੱਧ ਜੀ, ਇਹ ਜਿਹੜਾ ਤੁਹਾਡਾ ਚੇਲਾ ਆਨੰਦ ਹੈ, ਮੈਨੂੰ ਇਹ ਬਹੁਤ ਚੰਗਾ ਲੱਗਿਆ। ਇਹਨੇ ਧਰਮ ਦੀਆਂ ਬੜੀਆਂ ਵਧੀਆ ਗੱਲਾਂ ਕੀਤੀਆਂ ਤੇ ਮੈਂ ਇਹਨੂੰ ਆਪਣੇ ਨਾਲ ਲਿਜਾਣਾ ਚਾਹੁੰਦੀ ਹਾਂ, ਮੈਂ ਆਪਣੇ ਜੀਵਨ ਦਾ ਸਾਥੀ ਬਣਾਉਣਾ ਚਾਹੁੰਦੀ ਹਾਂ। ਤੁਸੀਂ ਮੈਨੂੰ ਆਪਣਾ ਇਹ ਚੇਲਾ ਦੇ ਦਿਓ, ਇਹ ਆਨੰਦ ਨੂੰ ਮੈਨੂੰ ਦੇ ਦਿਓ। ਉਹ ਮਹਾਤਮਾ ਬੁੱਧ ਕਹਿਣ ਲੱਗਾ ਵੀ ਇਹ ਤੈਨੂੰ ਚੰਗਾ ਲੱਗਿਆ, ਠੀਕ ਹੈ, ਚੰਗੀ ਗੱਲ ਹੈ, ਪਰ ਅਸਲ ਦੇ ਵਿੱਚ ਤੂੰ ਇਹ ਮੈਨੂੰ ਗੱਲ ਦੱਸ ਵੀ ਤੈਨੂੰ ਮਹਾਤਮਾ ਬੁੱਧ ਦਾ ਜਿਹੜਾ ਇਹ ਚੇਲਾ ਆਨੰਦ ਹੈ, ਇਹ ਚੰਗਾ ਲੱਗਿਆ ਜਾਂ ਇਹਦੀਆਂ ਵਿਚਾਰਾਂ ਚੰਗੀਆਂ ਲੱਗੀਆਂ। ਉਹ ਕਹਿਣ ਲੱਗੀ ਵੀ ਇਹਨੇ ਬੜਾ ਵਧੀਆ ਧਰਮ ਦਾ ਉਪਦੇਸ਼ ਦਿੱਤਾ। ਉਹ ਉਸ ਮਹਾਤਮਾ ਬੁੱਧ ਕਹਿਣ ਲੱਗਾ ਕਿ ਬੇਟਾ, ਫਿਰ ਤੈਨੂੰ ਇਹ ਆਨੰਦ ਚੰਗਾ ਨਹੀਂ ਲੱਗਾ, ਇਸ ਆਨੰਦ ਦੇ ਗੁਣ ਚੰਗੇ ਲੱਗੇ ਨੇ। ਜਦੋਂ ਇਹ ਆਨੰਦ
ਉੱਥੇ ਪ੍ਰਚਾਰ ਕਰਨ ਤੋਂ ਪਹਿਲਾਂ ਪਹੁੰਚਿਆ, ਉਦੋਂ ਪਹਿਲਾਂ ਤੈਨੂੰ ਇਹ ਚੰਗਾ ਲੱਗਾ? ਉਹ ਕਹਿੰਦੀ ਬਿਲਕੁਲ ਨਹੀਂ ਲੱਗਾ, ਪਰ ਜਦੋਂ ਇਹਨੇ ਧਰਮ ਦੀਆਂ ਗੱਲਾਂ ਕੀਤੀਆਂ ਫਿਰ ਚੰਗਾ ਲੱਗਾ। ਤੇ ਮਹਾਤਮਾ ਬੁੱਧ ਜੀ ਨੇ ਬੜਾ ਸੋਹਣਾ ਉਪਦੇਸ਼ ਦਿੱਤਾ। ਅੱਜ ਹਰ ਇੱਕ ਸਿੱਖ ਨੂੰ ਉਹ ਉਪਦੇਸ਼ ਗ੍ਰਹਿਣ ਕਰਨਾ ਚਾਹੀਦਾ ਹੈ। ਮਹਾਤਮਾ ਬੁੱਧ ਜੀ ਕਹਿਣ ਲੱਗੇ, ਧੀਏ ਫਿਰ ਤੈਨੂੰ ਆਨੰਦ ਨਹੀਂ, ਆਨੰਦ ਦੇ ਗੁਣ ਚੰਗੇ ਲੱਗੇ ਨੇ, ਤੂੰ ਆਨੰਦ ਦੇ ਗੁਣ ਗ੍ਰਹਿਣ ਕਰ। ਇਹਨੇ ਧਰਮ ਦੇ ਜੋ ਉਪਦੇਸ਼ ਦਿੱਤੇ ਉਹ ਆਪਣੀ ਜ਼ਿੰਦਗੀ ਵਿੱਚ ਕਮਾ, ਆਨੰਦ ਹਮੇਸ਼ਾ ਤੇਰੇ ਨਾਲ ਰਹੇਗਾ। ਗੁਰੂ ਦੇ ਸਿੱਖੋ, ਆਪਾਂ ਨੂੰ ਸਾਰਿਆਂ ਨੂੰ ਹੀ ਗੁਰੂ ਨਾਨਕ ਦੇਵ ਜੀ ਚੰਗੇ ਲੱਗਦੇ ਨੇ। ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਨੇ। ਅਸੀਂ ਚਾਹੁੰਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਸਾਡੇ ਤੇ ਕਿਰਪਾ ਹੋਵੇ, ਰਹਿਮਤ ਹੋਵੇ। ਪਰ ਜੇ ਗੁਰੂ ਸਾਹਿਬ ਦੀ ਕਿਰਪਾ, ਗੁਰੂ ਸਾਹਿਬ ਦੀ ਰਹਿਮਤ ਚਾਹੁੰਦੇ ਹੋ ਨਾ, ਤੇ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਹੋਏ ਗੁਣ, ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਗਿਆਨ ਆਪਣੀ ਜ਼ਿੰਦਗੀ ਵਿੱਚ ਗ੍ਰਹਿਣ ਕਰੋ। ਫਿਰ ਅਸੀਂ ਇਹ ਗੱਲ ਆਖ ਸਕਾਂਗੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਕਿ ਸੱਚਾ ਸਤਿਗੁਰੂ ਅਕਾਲ ਪੁਰਖ ਮੇਰੇ ਨਾਲ ਹੈ। ਅਸੀਂ ਬੜੇ ਮਾਣ ਦੇ ਨਾਲ ਇਹ ਗੱਲ ਆਖਾਂਗੇ। ਤੇ ਜੇ ਭਾਗਾਂ ਵਾਲਿਓ ਅਸੀਂ ਗੁਰੂ ਦੇ ਗੁਣ ਨਾ ਗ੍ਰਹਿਣ ਕੀਤੇ, ਕੇਵਲ ਤੇ ਕੇਵਲ ਆਏ, ਮੱਥਾ ਟੇਕਿਆ ਤੇ ਤੁਰ ਗਏ, ਫਿਰ ਭਾਈ ਗੁਰਦਾਸ ਜੀ ਦਾ ਮੈਂ ਇੱਕ ਕਵਿਤ ਆਖਾਂ, ਸਾਡੀ ਉਹ ਹਾਲਤ ਹੋਵੇਗੀ। ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਇਹ ਮਾਣ ਹਾਸਲ ਹੈ, ਸਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੈ ਕਿ ਪਹਿਲੇ ਹੈੱਡ ਗ੍ਰੰਥੀ ਕੌਣ ਸਨ? ਬਾਬਾ ਬੁੱਢਾ ਜੀ। ਪਹਿਲੀ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਿਸ ਸਥਾਨ ਤੇ ਹੋਇਆ? ਸ਼੍ਰੀ ਹਰਿਮੰਦਰ ਸਾਹਿਬ ਜੀ। ਉਹ ਕਿਹੜੇ ਗੁਰੂ ਨੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਵਾਇਆ? ਹਰੇਕ ਨੂੰ ਪਤਾ ਹੈ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ। ਪਰ ਪਹਿਲੀ ਵਾਰ ਕਿਸ ਗੁਰਸਿੱਖ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ? ਉਹ ਸਾਨੂੰ ਬੜੇ ਘੱਟ ਲੋਕਾਂ ਨੂੰ ਪਤਾ ਹੈ, ਉਹ ਭਾਈ ਗੁਰਦਾਸ ਜੀ ਨੇ। ਤੇ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਰਚਨਾਵਾਂ ਨੇ ਨਾ, ਵਾਰਾਂ ਨੇ, ਕਵਿਤ ਸਵਈਏ ਨੇ, ਉਹਨਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ। ਕਿ ਜੇ ਅਸੀਂ ਗੁਰਬਾਣੀ ਦਾ ਸਿਧਾਂਤ ਸਮਝਣਾ ਹੈ, ਗੁਰਬਾਣੀ ਦੀ ਵਿਆਖਿਆ ਸਮਝਣੀ ਹੈ, ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਵਿਤ ਸਵਈਏ ਦਾ ਪੜ੍ਹਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਤੇ ਭਾਈ ਗੁਰਦਾਸ ਜੀ ਇਸ ਕਵਿਤ ਰਾਹੀਂ ਸਾਨੂੰ ਦੱਸਦੇ ਨੇ ਕਿ ਜਿਹੜਾ ਮਨੁੱਖ ਗੁਰੂ ਦੇ ਦੱਸੇ ਹੋਏ ਗਿਆਨ ਨੂੰ ਨਹੀਂ ਕਮਾਉਂਦਾ, ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਨਹੀਂ ਮੰਨਦਾ, ਗੁਰੂ ਦੇ ਦੱਸੇ ਹੋਏ ਸਿਧਾਂਤ ਨੂੰ ਨਹੀਂ ਮੰਨਦਾ, ਉਹ ਮਨੁੱਖ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਉਹ ਗੁਰੂ ਤੋਂ ਵਿਛੜ ਜਾਂਦਾ ਹੈ। ਤੇ ਜਦੋਂ ਮਨੁੱਖ ਗੁਰੂ ਤੋਂ ਵਿਛੜ ਗਿਆ, ਭਾਈ ਗੁਰਦਾਸ ਜੀ ਕਹਿੰਦੇ ਉਸ ਮਨੁੱਖ ਦੀ ਹਾਲਤ ਗਾਂ ਦੇ ਕੋਲੋਂ ਵਿਛੜੇ ਹੋਏ ਵੱਛੇ ਵਰਗੀ ਹੋਵੇਗੀ। ਜਿਵੇਂ ਗਾਂ ਦੇ ਕੋਲੋਂ ਵੱਛਾ ਵਿਛੜ ਜਾਵੇ ਨਾ, ਤੇ ਤਨ ਦੀ ਖੁਰਾਕ ਦੁੱਧ ਲੈਣ ਲਈ ਕਿਸੇ ਦੂਜੀ ਗਾਂ ਕੋਲ ਜਾਵੇ। ਆਪਾਂ ਸਾਰਿਆਂ ਨੇ ਅਕਸਰ ਡੰਗਰ ਘਰੇ ਰੱਖੇ ਆ, ਵੇਹਨੇ ਆ, ਤੇ ਜਦੋਂ ਦੂਜੇ ਡੰਗਰ ਕੋਲ ਜਾਂਦਾ ਹੈ ਨਾ ਵੱਛਾ, ਉਹ ਦੂਜੀ ਗਾਂ ਉਹਨੂੰ ਛੜਾ ਮਾਰਦੀ ਹੈ, ਲੱਤਾਂ ਮਾਰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਐ ਗੁਰੂ ਦੇ ਸਿੱਖਾ, ਜਦੋਂ ਤੂੰ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦੇ ਦਰ ਤੇ ਜਾ ਕੇ ਨੱਕ ਗੋਡੇ ਰਗੜਦਾ ਹੈ ਨਾ, ਤੇ ਤੇਰੇ ਨਾਲ ਵੀ ਉੱਥੇ ਤੈਨੂੰ ਲਾਹਣਤਾਂ ਪੈਣਗੀਆਂ। ਵੇਖਣ ਵਾਲਿਆਂ ਨੇ ਕਹਿਣਾ ਹੈ ਸਿੱਖ ਹੈ, ਸਿਰ ਤੇ ਦਸਤਾਰ ਸਜਾਈ ਹੈ, ਸਿੱਖਾਂ ਦਾ ਕਾਕਾ ਹੈ, ਸਿੱਖਾਂ ਦੇ ਘਰ ਜੰਮਿਆ ਹੈ, ਤੇ ਆ ਕਬਰਾਂ ਸਮਾਧਾਂ ਤੇ ਮੜੀਆਂ ਤੇ ਰੁੱਖਾਂ ਦੀ ਪੂਜਾ ਕਰਦਾ ਪਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਛੜਾਂ ਪੈਣਗੀਆਂ। ਫਿਰ ਕੇਵਲ ਗਾਂ ਤੋਂ ਅਗਲੀ ਉਦਾਹਰਣ ਦਿੰਦੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ ਇੱਕ ਸਰੋਵਰ ਤੇ ਬੈਠਾ ਹੰਸ ਆਪਣੀ ਮਨ ਦੀ ਇੱਛਾ ਦੇ ਮੁਤਾਬਕ ਚੁੱਭੀ ਮਾਰਦਾ ਹੈ, ਹੀਰੇ ਮੋਤੀ ਕੱਢਦਾ ਹੈ, ਖਾ ਲੈਂਦਾ ਹੈ, ਜੀਵਨ ਬੜਾ ਸੁਖੀ ਬਤੀਤ ਹੋ ਰਿਹਾ ਹੈ। ਪਰ ਉਸੇ ਹੰਸ ਨੇ ਜਿੱਦੇ ਸਰੋਵਰ ਨੂੰ ਛੱਡ ਕੇ ਛੱਪੜ ਤੇ ਜਾ ਕੇ ਬੈਠ ਗਿਆ,
ਭਾਈ ਗੁਰਦਾਸ ਜੀ ਕਹਿੰਦੇ ਉੱਥੇ ਉਹਨੂੰ ਹੀਰੇ ਮੋਤੀ ਨਹੀਂ ਮਿਲੇ। ਛੱਪੜ ਤੇ ਤਾਂ ਡੱਡੀਆਂ ਮੱਛੀਆਂ ਮਿਲਣਗੀਆਂ ਨਾ, ਛੱਪੜ ਤੇ ਉਹਨੂੰ ਹੋਰ ਹੀਰੇ ਮੋਤੀ ਕਿੱਥੋਂ ਮਿਲਣੇ ਨੇ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇਹ ਹੰਸ ਸਰੋਵਰ ਤੋਂ ਵਿਛੜ ਕੇ ਛੱਪੜ ਕੋਲ ਗਿਆ, ਦੁਖੀ ਰਿਹਾ, ਤਨ ਕਰਕੇ ਇਹਨੂੰ ਖੁਰਾਕ ਨਾ ਮਿਲੀ ਤੇ ਇਹਦਾ ਜਿਹੜਾ ਜੀਵਨ ਹੈ ਇੰਨਾ ਦੁਖਦਾਇਕ ਬਣ ਗਿਆ, ਇਹ ਭੁੱਖਾ ਮਰਦਾ ਪਿਆ ਹੈ ਉੱਥੇ। ਤੀਜੀ ਉਦਾਹਰਣ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇੱਕ ਵਜ਼ੀਰ ਆਪਣੇ ਰਾਜੇ ਨੂੰ ਛੱਡ ਕੇ ਕਿਸੇ ਹੋਰ ਰਾਜੇ ਦੇ ਕੋਲ ਚਲਾ ਜਾਵੇ ਨਾ, ਉਹ ਰਾਜਾ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ, ਉਹਦੇ ਤੇ ਭਰੋਸਾ ਨਹੀਂ ਕਰਦਾ ਕਿ ਜਿਹੜੇ ਰਾਜੇ ਦਾ ਇਹ ਪਹਿਲਾਂ ਪੈਰੋਕਾਰ ਸੀ, ਜਿਹੜੇ ਰਾਜੇ ਦਾ ਇਹ ਪਹਿਲਾਂ ਵਜ਼ੀਰ ਸੀ, ਉਹਨੂੰ ਛੱਡ ਕੇ ਮੇਰੇ ਕੋਲ ਆ ਗਿਆ, ਕੱਲ ਨੂੰ ਮੈਨੂੰ ਛੱਡ ਕੇ ਪਤਾ ਨਹੀਂ ਕਿੱਥੇ ਜਾਵੇਗਾ। ਜਿਹੜਾ ਇੱਕ ਦਾ ਨਹੀਂ ਹੋਇਆ, ਮੇਰੇ ਕੋਲ ਆਇਆ, ਮੈਨੂੰ ਛੱਡ ਕੇ ਇਹਨੇ ਪਤਾ ਨਹੀਂ ਕਿੱਥੇ ਜਾਣਾ ਹੈ। ਉਹਨੇ ਇਸ ਗੱਲ ਕਰਕੇ ਵੀ ਨਹੀਂ ਭਰੋਸਾ ਕਰਨਾ ਕਿ ਇਹਦਾ ਕੋਈ ਦੀਨਮਾਨ ਹੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰੂ ਦੇ ਸਿੱਖ ਆਪਣੇ ਆਪ ਨੂੰ ਸਿੱਖ ਤਾਂ ਅਖਵਾਉਂਦੇ ਨੇ ਪਰ ਗੁਰੂ ਦੀ ਗੱਲ ਨਹੀਂ ਮੰਨਦੇ, ਗੁਰੂ ਦੀ ਗਿਆਨ ਤੇ ਗੁਰੂ ਦੀ ਵਿਚਾਰ ਤੇ ਪਹਿਰਾ ਨਹੀਂ ਦਿੰਦੇ, ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਗਾਂ ਦੇ ਕੋਲੋਂ ਵਿਛੜਿਆ ਵੱਛਾ ਛੜਾਂ ਖਾ ਰਿਹਾ ਹੈ, ਜਿਵੇਂ ਸਰੋਵਰ ਤੋਂ ਵਿਛੜਿਆ ਹੋਇਆ ਹੰਸ ਭੁੱਖਾ ਮਰ ਰਿਹਾ ਹੈ, ਜਿਵੇਂ ਰਾਜੇ ਤੋਂ ਵਿਛੜਿਆ ਵਜ਼ੀਰ ਕਿਸੇ ਭਰੋਸੇ ਦਾ ਪਾਤਰ ਨਹੀਂ ਰਿਹਾ। ਪਰ ਭਾਈ ਗੁਰਦਾਸ ਜੀ ਕਹਿੰਦੇ ਐ ਗੁਰੂ ਦਿਓ ਸਿੱਖੋ, ਇਸ ਗੱਲ ਕਰਕੇ ਕਿਤੇ ਨਾਰਾਜ਼ ਨਾ ਹੋ ਜਾਇਓ ਕਿ ਅਸੀਂ ਤਾਂ ਗੁਰੂ ਤੋਂ ਵਿਛੜੇ ਹੋਏ ਹਾਂ, ਅਸੀਂ ਤਾਂ ਗੁਰੂ ਤੋਂ ਦੂਰ ਹਾਂ। ਹੁਣ ਅਸੀਂ ਗੁਰੂ ਦੀ ਨਿਗਾਹ ਵਿੱਚ ਕਿਵੇਂ ਪ੍ਰਵਾਨ ਹੋਵਾਂਗੇ? ਅਸੀਂ ਗੁਰੂ ਦੀ ਨਿਗਾਹ ਵਿੱਚ ਕਿਸ ਤਰ੍ਹਾਂ ਅਸੀਂ ਗੁਰੂ ਨੂੰ ਚੰਗੇ ਲੱਗਾਂਗੇ? ਭਾਈ ਗੁਰਦਾਸ ਜੀ ਕਹਿੰਦੇ ਇਹ ਗੁਰੂ ਐਸਾ ਹੈ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਮਈਆ ਹਉ ਬਾਰਕ ਤੇਰਾ, ਕਾਹੇ ਨ ਖੰਡਸ ਅਗਣ ਮੇਰਾ। ਇਹ ਗੁਰੂ ਉਹ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਗੁਰੂ ਦਾ ਸਿੱਖਾ ਇਹ ਤਾਂ ਅਪਰਾਧ ਕੀਤਾ ਹੋਵੇ ਨਾ, ਦੁਨਿਆਵੀ ਤੌਰ ਤੇ ਅਪਰਾਧ ਦੀ ਸਜ਼ਾ ਹੈ। ਮਨੁੱਖ ਗਲਤੀ ਕਰ ਦਵੇ ਨਾ, ਗਲਤੀ ਤੋਂ ਮਨੁੱਖ ਕਹਿ ਦਿੰਦਾ ਜੀ ਗਲਤੀ ਹੋ ਗਈ ਮੁਆਫ ਕਰ ਦਿਓ, ਗਲਤੀ ਦੀ ਮੁਆਫੀ ਹੈ। ਪਰ ਜਿੱਥੇ ਮਨੁੱਖ ਅਪਰਾਧ ਕਰ ਦਵੇ ਨਾ, ਅਪਰਾਧ ਦੀ ਸਜ਼ਾ ਹੈ, ਅਪਰਾਧ ਦੀ ਮੁਆਫੀ ਨਹੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਹੇ ਅਕਾਲ ਪੁਰਖ ਜੀ, ਤੂੰ ਸਾਨੂੰ ਮਾਂ ਦੀ ਉਦਾਹਰਣ ਦੇ ਕੇ ਸਮਝਾ ਰਿਹਾ ਹੈ, ਜਿਵੇਂ ਪੁੱਤ ਕਈ ਅਪਰਾਧ ਕਰ ਦਵੇ ਤੇ ਮਾਂ ਆਪਣੇ ਚਿੱਤ ਵਿੱਚ ਨਹੀਂ ਰੱਖਦੀ, ਆਪਣੇ ਪੁੱਤ ਦੇ ਔਗਣ ਨਹੀਂ ਚਿਤਾਰਦੀ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਐਸੇ ਪਿਤਾ ਨੇ, ਐਸੇ ਮਾਤਾ ਨੇ, ਸਾਡੇ ਔਗਣ ਨਹੀਂ ਚਿਤਾਰਦੇ। ਜੇ ਕਿਤੇ ਨਾ ਕਿਤੇ ਭੁੱਲੇ ਭਟਕੇ ਅਸੀਂ ਕਿਸੇ ਕਬਰਾਂ, ਸਮਾਧਾਂ, ਰੁੱਖਾਂ ਦੀ ਪੂਜਾ ਕਰਦੇ ਹਾਂ, ਮਨਮਤ ਵੱਲ ਪਾਸੇ ਤੁਰੇ ਗਏ ਹਾਂ, ਗੁਰੂ ਦੀ ਦੱਸੀ ਮਰਿਆਦਾ ਮੁਤਾਬਕ ਨਹੀਂ ਚੱਲਦੇ, ਖੰਡੇ ਬਾਟੇ ਦੀ ਪਹੁਲ ਨਹੀਂ ਛਕਦੇ, ਕੇਸ ਨਹੀਂ ਰੱਖਦੇ, ਦਾੜੀਆਂ ਨਹੀਂ ਰੱਖਦੇ, ਤਾਂ ਭਾਗਾਂ ਵਾਲਿਓ ਸਾਡਾ ਇਹ ਅਪਰਾਧ ਗੁਰੂ ਸਾਹਿਬ ਮੁਆਫ ਕਰ ਦੇਣਗੇ ਜੇ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਅਰਦਾਸ ਕਰ ਦਈਏ ਕਿ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਜੀਵਨ ਦੇ ਵਿੱਚ ਬੜੇ ਵਧੀਆ ਉਪਦੇਸ਼ ਦਿੱਤੇ ਨੇ, ਜਿਨ੍ਹਾਂ ਦੇ ਵਿੱਚੋਂ ਆਪਾਂ ਕੁਝ ਉਪਦੇਸ਼ ਸਾਂਝੇ ਕੀਤੇ ਨੇ। ਫਿਰ ਗੁਰੂ ਸਾਹਿਬ ਜੀ ਨੇ ਆਪਣੇ ਆਖਰੀ ਸਮੇਂ ਦੇ ਵਿੱਚ 20 ਸਾਲ ਖੇਤੀ ਕਰਕੇ ਸਾਨੂੰ ਹੱਥੀਂ ਕਿਰਤ ਕਰਨ ਦਾ ਸਬਕ ਵੀ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਬੜਾ ਪਿਆਰਾ ਸਾਥੀ ਸੀ ਜਿਸ ਦਾ ਨਾਮ ਭਾਈ ਮਰਦਾਨਾ ਸੀ। ਕਈ ਵਾਰ ਮਨੁੱਖ ਭਾਈ ਮਰਦਾਨਾ ਜੀ ਦੇ ਨਾਲ ਸਹੀ ਇਨਸਾਫ ਨਹੀਂ ਕਰਦਾ, ਕਹਿ ਦਿੰਦਾ ਹੈ ਜੀ ਉਹਨੂੰ ਭੁੱਖ ਬੜੀ ਲੱਗਦੀ ਸੀ। ਅਸਲ ਦੇ ਵਿੱਚ ਉਹਨਾਂ ਦਾ ਨਾਮ ਭਾਈ ਮਰਦਾਨਾ ਸੀ, ਪਰ ਉਹ ਜਗਤ ਨੂੰ ਤਾਰਨ ਦਾ ਇੱਕ ਬਹਾਨਾ ਸੀ ਜਿਹੜੇ ਧੰਨ ਗੁਰੂ ਨਾਨਕ ਦੇਵ ਜੀ ਨਾਲ ਰਹੇ। ਪਿਤਾ ਦਾ ਨਾਮ ਭਾਈ ਬੰਦਰਾ ਸੀ, ਉਹਨਾਂ ਦੇ
ਭਾਈ ਬਦਰਾ ਜੀ ਦੇ ਘਰ ਬੜੇ ਬੱਚੇ ਪੈਦਾ ਹੋਏ, ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਜਾਣੀ। ਕੇਵਲ ਤੇ ਕੇਵਲ ਭਾਈ ਮਰਦਾਨਾ ਜੀ ਹੀ ਐਸੇ ਸਨ ਜਿਹੜੇ ਸਹੀ ਸਲਾਮਤ ਬਚ ਗਏ ਸਨ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਸਭ ਤੋਂ ਵੱਧ ਲੰਮਾ ਸਮਾਂ ਭਾਈ ਮਰਦਾਨਾ ਜੀ ਨੇ ਬਤੀਤ ਕੀਤਾ। ਉਦਾਸੀਆਂ ਦੇ ਸਮੇਂ ਜਦੋਂ ਭਾਈ ਮਰਦਾਨਾ ਜੀ ਪਹਿਲੀ ਜਿਹੜੀ ਉਦਾਸੀ ਸੀ ਤਕਰੀਬਨ 8.5 8.5 ਸਾਲ ਦੀ ਹੈ, ਤੇ ਗੁਰੂ ਸਾਹਿਬ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਆ ਨਾ, ਦੇਖੋ ਅੱਜ ਅਸੀਂ ਕਿਤੇ ਜਾਈਏ ਨਾ, ਪਰਿਵਾਰ ਤੋਂ ਕਿਤੇ ਦੂਰ ਚਲੇ ਜਾਈਏ, ਅੱਜ ਸਾਡੇ ਕੋਲ ਸਾਧਨ ਨੇ, ਅਸੀਂ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਫੋਨ ਤੇ ਗੱਲ ਕਰ ਸਕਦੇ ਹਾਂ। ਅੱਜ ਕੱਲ੍ਹ ਤਾਂ ਵੀਡੀਓ ਕਾਲ ਆ ਗਈ, ਉਹਨਾਂ ਨੂੰ ਦੇਖ ਸਕਦੇ ਹਾਂ। ਪਰ ਉਸ ਸਮੇਂ ਨੂੰ ਮਹਿਸੂਸ ਕਰਕੇ ਦੇਖੋ, ਘਰੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਚੱਲੇ ਨੇ, ਪਰਿਵਾਰ ਨੂੰ ਨਹੀਂ ਪਤਾ ਵੀ ਕਿੱਥੇ ਜਾਣਾ, ਕਿੱਥੇ ਜਾ ਰਹੇ ਨੇ, ਨਾ ਕੋਈ ਉਹਨਾਂ ਕੋਲ ਕੋਈ ਗੱਲ ਕਰਨ ਦਾ ਕੋਈ ਸਾਧਨ ਹੈ, ਨਾ ਆਪਣੇ ਪਰਿਵਾਰ ਨੂੰ ਕੋਈ ਵੇਖਣ ਦਾ ਸਾਧਨ ਹੈ। ਜਦੋਂ ਪਹਿਲੀ ਉਦਾਸੀ ਕਰਕੇ ਭਾਈ ਮਰਦਾਨਾ ਜੀ ਘਰ ਆਉਂਦੇ ਨੇ ਨਾ, ਤੇ ਉਹਨਾਂ ਦੇ ਪਿਤਾ ਜੀ ਇੱਕ ਮੰਜੀ ਦੇ ਉੱਪਰ ਬੈਠੇ ਹੋਏ ਨੇ, ਤੇ ਵਿਹੜੇ ਦੇ ਵਿੱਚ ਇੱਕ ਬੀਬੀ, ਕਿਉਂਕਿ ਮੁਸਲਮਾਨ ਸਨ, ਅੱਖਾਂ ਦੇ ਉੱਪਰ ਚਿਹਰੇ ਦੇ ਉੱਪਰ ਇਹ ਆਪਣਾ ਪਹਿਰਾਵਾ ਬੁਰਕਾ ਪਹਿਨ ਕੇ ਰੱਖਦੇ ਨੇ। ਉਹ ਬੀਬੀ ਦੇ ਚਿਹਰੇ ਤੇ ਕੱਪੜਾ ਪਾਇਆ ਹੋਇਆ ਹੈ, ਬੁਰਕਾ ਪਹਿਨਿਆ ਹੋਇਆ ਹੈ, ਤੇ ਉਹ ਜਿਹੜੀ ਬੀਬੀ ਹੈ ਨਾ, ਉਹ ਵਿਹੜੇ ਵਿੱਚ ਝਾੜੂ ਮਾਰਦੀ ਪਈ ਹੈ। ਜਦੋਂ ਉਹਨੇ ਉਸ ਬੀਬੀ ਨੇ ਵਿਹੜੇ ਦੇ ਵਿੱਚ ਕੁਝ ਦੋ ਪੈਰ ਦੇਖੇ, ਕੁਝ ਪਲੰਘਾਂ ਪੁੱਟਦੇ ਹੋਏ ਮਨੁੱਖ ਨੂੰ ਦੇਖਿਆ, ਪੈਰ ਦੇਖੇ, ਤੇ ਉੱਚੀ ਉੱਚੀ ਇਹ ਗੱਲ ਕਹਿਣ ਲੱਗੀ, ਅੱਬਾ ਜੀ ਤੁਹਾਡਾ ਪੁੱਤਰ ਭਾਈ ਮਰਦਾਨਾ ਜੀ ਆ ਗਿਆ ਹੈ। ਜਾ ਕੇ ਪੈਰੀ ਹੱਥ ਲਾਏ, ਤੇ ਭਾਈ ਮਰਦਾਨਾ ਜੀ ਦਾ ਪਿਤਾ ਜੀ ਵੀ ਉੱਠਿਆ। ਭਾਈ ਬਦਰਾ ਜੀ ਆ ਕੇ ਭਾਈ ਮਰਦਾਨੇ ਦੇ ਆਪਸ ਦੇ ਵਿੱਚ ਗਲੇ ਮਿਲੇ, ਤੇ ਉਹ ਜਿਹੜੀ ਮੰਜੀ ਡਾਹੀ ਹੋਈ ਸੀ ਨਾ, ਉੱਥੇ ਹੀ ਬੈਠ ਗਏ। ਕੁਝ ਸਮੇਂ ਬਾਅਦ ਇੱਕ ਹੋਰ ਬੀਬੀ ਆਈ, ਉਹਨਾਂ ਆ ਕੇ ਭਾਈ ਮਰਦਾਨਾ ਜੀ ਦੇ ਚਰਨਾਂ ਨੂੰ ਛੂਹਿਆ। ਜਦੋਂ ਪੈਰੀ ਹੱਥ ਲਾਏ ਤੇ ਆਪਣੇ ਪਿਤਾ ਜੀ ਨੂੰ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਇਹ ਕੌਣ ਨੇ? ਭਾਈ ਬਦਰਾ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਪੁੱਤਰਾ, ਤੂੰ ਇੱਥੋਂ ਸਾਨੂੰ ਬਿਨਾਂ ਦੱਸੇ ਚਲਿਆ ਗਿਆ ਸੈਂ, ਤੇਰੀ ਕੋਈ ਖਬਰ ਨਹੀਂ ਸੀ, ਕੋਈ ਸਾਰ ਨਹੀਂ ਸੀ, ਇਹ ਵੀ ਨਹੀਂ ਸੀ ਪਤਾ ਕਿ ਤੂੰ ਵਾਪਸ ਆਵੇਂਗਾ ਜਾਂ ਨਹੀਂ ਆਵੇਂਗਾ। ਅਸੀਂ ਤੇਰੇ ਪਿੱਛੋਂ ਤੇਰੇ ਪੁੱਤ ਦੀ ਸ਼ਾਦੀ ਕਰ ਦਿੱਤੀ, ਇਹ ਤੇਰੀ ਨੂੰਹ ਹੈ, ਇਹਦੇ ਸਿਰ ਤੇ ਹੱਥ ਰੱਖ, ਇਹਨੂੰ ਆਸ਼ੀਰਵਾਦ ਦੇ, ਇਹਨੂੰ ਪਿਆਰ ਦੇ, ਇਹ ਤੇਰੇ ਪੁੱਤ ਦੇ ਘਰ ਵਾਲੀ ਹੈ, ਇਹ ਤੇਰੀ ਨੂੰਹ ਹੈ। ਕੈਸਾ ਜੀਵਨ ਹੋਵੇਗਾ, ਆਪਣੇ ਬੱਚੇ ਦੀ ਸ਼ਾਦੀ ਵਿੱਚ ਵੀ ਨਾ ਆ ਸਕੇ। ਫਿਰ ਕੁਝ ਸਮੇਂ ਬਾਅਦ ਇੱਕ ਨਿੱਕਾ ਜਿਹਾ ਬੱਚਾ ਆਇਆ, ਉਹਨੇ ਆ ਕੇ ਜਦੋਂ ਭਾਈ ਮਰਦਾਨਾ ਜੀ ਦੇ ਚਰਨਾਂ ਨੂੰ ਹੱਥ ਲਾਇਆ, ਤੇ ਪਹਿਲਾਂ ਹੀ ਬਾਪ ਬੋਲ ਪਿਆ। ਭਾਈ ਬਦਰਾ ਜੀ ਨੇ ਕਹਿ ਦਿੱਤਾ ਕਿ ਇਹ ਭਾਈ ਮਰਦਾਨਿਆ, ਇਹ ਤੇਰਾ ਪੋਤਰਾ ਹੈ, ਇਹਨੂੰ ਗੋਦੀ ਵਿੱਚ ਲੈ। ਭਾਈ ਮਰਦਾਨਾ ਜੀ ਬੈਠੇ ਨਾਲੇ ਬੱਚੇ ਨੂੰ ਗੋਦੀ ਵਿੱਚ ਲੈ ਰਹੇ ਨੇ, ਨਾਲੇ ਆਸੇ-ਪਾਸੇ ਦੇਖਦੇ ਪਏ ਨੇ। ਭਾਈ ਬਦਰਾ ਜੀ ਕਹਿਣ ਲੱਗੇ, ਮਰਦਾਨਿਆ, ਜਿਹੜੀਆਂ ਤੇਰੀਆਂ ਅੱਖਾਂ ਜਿਹਨੂੰ ਲੱਭ ਰਹੀਆਂ ਹੈ ਨਾ, ਉਹ ਤੈਨੂੰ ਇੱਥੇ ਨਹੀਂ ਮਿਲਣਾ। ਤੂੰ ਆਪਣੀ ਮਾਂ ਨੂੰ ਲੱਭਦਾ ਪਿਆ ਹੈ ਨਾ, ਪਰ ਤੈਨੂੰ ਤੇਰੀ ਇੱਥੇ ਮਾਂ ਦਿਖਾਈ ਨਹੀਂ ਦੇਣੀ, ਉਹ ਇਸ ਸੰਸਾਰ ਤੋਂ ਚਲੀ ਗਈ ਹੈ। ਤੂੰ ਇੰਨੇ ਬੱਚਿਆਂ ਤੋਂ ਬਾਅਦ ਆਪਦੀ ਮਾਂ ਦੀ ਗੋਦੀ ਦਾ ਅੱਤ ਦਾ ਪਿਆਰਾ ਲਾਲ ਸੀ। ਤੇਰੀ ਮਾਂ ਇਹ ਗੱਲ ਕਹਿੰਦੀ ਹੋਈ, ਤੈਨੂੰ ਯਾਦ ਕਰਦੀ ਹੋਈ, ਤੈਨੂੰ ਪੁਕਾਰਦੀ ਹੋਈ ਇੱਥੋਂ ਚਲੀ ਗਈ ਕਿ ਮੇਰਾ ਪੁੱਤ ਆਖਰੀ ਸਮੇਂ ਮੇਰੀ ਅਰਥੀ ਨੂੰ ਮੋਢਾ ਦੇ ਦੇਵੇ।
कैसा जीवन सी धन गुरु नानक देव सच्चे पातशाह जी दे नाल रहन वाले सिख दा। अपने परिवार नूं छड्ड के कह भाई बदरा जी कहन लगे मैं आओ तेरी माता नूं ये गल समझाई सी कमलिए तू भाई मरदाने नूं आपदे पुੱਤ नूं याद ना कर, ਉਹ ਅੱਲਾ ਦੇ ਨੂਰ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਅਕਾਲ ਪੁਰਖ ਦੀ ਵਡਿਆਈ ਕਰਦਾ ਹੈ। ਤੂੰ ਜਿਹੜੀ ਆਪਣੀ ਸੁਰਤ ਹੈ ਨਾ ਇਹਨੂੰ ਬੰਦਗੀ ਵਿੱਚ ਲਾ, ਤੂੰ ਭਾਈ ਮਰਦਾਨੇ ਦਾ ਫਿਕਰ ਨਾ ਕਰ। ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਉਦਾਸੀਆਂ ਕੀਤੀਆਂ। ਉਦਾਸੀਆਂ ਦੇ ਸਮੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਵਿਚਾਰ ਕੀਤੀ। ਇੱਕ ਜ਼ਿੰਦਗੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਨੁਕਤਾ ਜਿਹੜੇ ਗੁਰਸਿੱਖ ਨੇ ਉਹ ਪੱਲੇ ਬੰਨ੍ਹ ਲਿਆ ਨਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਉਹਦੇ ਤੇ ਹਮੇਸ਼ਾ ਬਣੀ ਰਹੇਗੀ। ਜਦੋਂ ਸਿੱਧਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਿਲਦੇ ਨੇ, ਸਿੱਧ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਨੇ ਤੇਰਾ ਗੁਰੂ ਕੌਣ ਹੈ ਤੇ ਤੂੰ ਕਿਹਦਾ ਚੇਲਾ ਹੈ। ਇਹ ਨੁਕਤਾ ਬੜਾ ਕਮਾਲ ਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਮੇਰਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ ਤੇ ਜਿਹੜੀ ਮੇਰੀ ਸੁਰਤ ਹੈ ਉਹ ਗੁਰੂ ਦਾ ਚੇਲਾ ਹੈ। ਅੱਜ ਅਸੀਂ ਭਾਗਾਂ ਵਾਲਿਓ ਸਰੀਰਕ ਤੌਰ ਤੇ ਸਿੱਖ ਬਣ ਗਏ ਆ, ਕੇਸ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਵੀ ਛਕ ਲਿਆ, ਪਰ ਅਸੀਂ ਸੁਰਤ ਕਰਕੇ ਸਿੱਖ ਨਹੀਂ ਬਣਦੇ। ਸਾਡੀ ਜਿਹੜੀ ਵਿਚਾਰਧਾਰਾ ਹੈ, ਸਾਡੀ ਜਿਹੜੀ ਸੋਚ ਹੈ, ਉਹਦੇ ਵਿੱਚ ਉਹੀ ਬ੍ਰਾਹਮਣਵਾਦੀ ਖਿਆਲ ਨੇ, ਗੁਰੂ ਵਾਲੇ ਖਿਆਲ ਨਹੀਂ ਆਏ। ਫਿਰ ਇੱਕ ਨੁਕਤਾ ਇਹ ਹੈ ਕਿ ਅਸੀਂ ਸੁਰਤ ਕਰਕੇ ਵੀ ਸਿੱਖ ਬਣਨਾ ਹੈ। ਹੁਣ ਇਹ ਨਾ ਤੁਸੀਂ ਸੋਚਿਓ ਵੀ ਜੀ ਅਸੀਂ ਤਾਂ ਸੁਰਤ ਕਰਕੇ ਸਿੱਖ ਬਣ ਗਏ, ਬਾਹਰੀ ਤੌਰ ਤੇ ਅੰਮ੍ਰਿਤ ਛਕਣ ਦੀ ਲੋੜ ਨਹੀਂ। ਬਾਹਰੀ ਤੌਰ ਤੇ ਵੀ ਸਿੱਖ ਬਣਨਾ ਹੈ, ਸੁਰਤ ਕਰਕੇ ਵੀ ਸਿੱਖ ਬਣਨਾ ਹੈ। ਤੇ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਇਹ ਨਹੀਂ ਆਖਿਆ ਵੀ ਮੈਂ ਗੁਰੂ ਹਾਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸ਼ਬਦ ਗੁਰੂ, ਕਿ ਜਿਹੜਾ ਮੇਰਾ ਗੁਰੂ ਹੈ ਉਹ ਸ਼ਬਦ ਹੈ। ਫਿਰ ਜਦੋਂ ਸਿੱਧਾਂ ਦੇ ਨਾਲ ਵਿਚਾਰ ਹੁੰਦੀ ਹੈ ਨਾ, ਤੇ ਸਿੱਧਾਂ ਦੇ ਨਾਲੋਂ ਗੁਰੂ ਨਾਨਕ ਦੇਵ ਜੀ ਵਿਚਾਰ ਦੇ ਵਿੱਚ ਜਿੱਤਦੇ ਨੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਸ਼ਬਦਾਂ ਦੀ ਜਦੋਂ ਮੰਡਲੀ ਨੂੰ ਸਿੱਧਾਂ ਨੂੰ ਜਿੱਤਿਆ ਤੇ ਉੱਥੇ ਵੀ ਧੰਨ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਰਾਹੀਂ ਜਿੱਤਿਆ। ਉੱਥੇ ਵੀ ਸ਼ਬਦ ਦੇ ਨਾਲ ਵਿਚਾਰ ਕੀਤੀ, ਉੱਥੇ ਕੋਈ ਡਾਂਗ ਨਹੀਂ ਚੱਲੀ, ਉੱਥੇ ਕੋਈ ਜੰਗ ਨਹੀਂ ਹੋਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦੇ ਲੜ ਜੋੜਿਆ। ਫਿਰ ਜਦੋਂ ਸਿੱਧਾਂ ਨਾਲ ਵਿਚਾਰ ਹੋਈ ਨਾ, ਤੇ ਭਾਈ ਗੁਰਦਾਸ ਜੀ ਨੇ ਇਹ ਗੱਲ ਆਖੀ ਕਿ ਸਿੱਧ ਅਖੀਰ ਇਹ ਗੱਲ ਤੇ ਮੰਨ ਗਏ ਕਿ ਧੰਨ ਗੁਰੂ ਨਾਨਕ ਦੇਵ ਜੀ ਸਾਡੀਆਂ ਸਮਾਧੀਆਂ ਬੜੀਆਂ ਲੰਮੀਆਂ ਨੇ, ਸਾਡੇ ਦਾੜੇ ਬੜੇ ਲੰਮੇ ਨੇ, ਸਾਡੀ ਆਰਬਲਾ ਬੜੀ ਲੰਮੀ ਹੈ, ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇਰੀ ਕਮਾਈ ਬੜੀ ਵੱਡੀ ਹੈ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅਖੀਰ ਸਿੱਧਾਂ ਨੇ 3 ਵਾਰ ਚਰਚਾ ਹੋਈ, ਤਿੰਨੇ ਵਾਰ ਸਿੱਧ ਇਹ ਗੱਲ ਨੂੰ ਸਵੀਕਾਰ ਕਰ ਗਏ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੁਹਾਡੀ ਕਮਾਈ ਵੱਡੀ ਹੈ। ਭਾਗਾਂ ਵਾਲਿਓ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਜਿਹੜੇ ਗੁਰੂ ਨੂੰ ਸਿੱਧਾਂ ਨੇ, ਜੋਗੀਆਂ ਨੇ, ਕਾਜ਼ੀਆਂ ਨੇ, ਮੁੱਲਾਂ ਨੇ, ਮੁਲਾਣਿਆਂ ਨੇ ਗੁਰੂ ਮੰਨਿਆ, ਵੱਡੀ ਕਮਾਈ ਵਾਲਾ ਮੰਨਿਆ, ਅਸੀਂ ਕਿੱਡੇ ਵਡਭਾਗੇ ਹਾਂ, ਅਸੀਂ ਉਸ ਗੁਰੂ ਦੇ ਸਿੱਖ ਹਾਂ। ਪਰ ਬਾਹਰੀ ਤੌਰ ਤੇ ਸਿੱਖ ਨਾ ਬਣੀਏ, ਅੰਦਰੂਨੀ ਤੌਰ ਤੇ ਸਿੱਖ ਬਣੀਏ, ਵਿਚਾਰਕ ਤੌਰ ਤੇ ਸਿੱਖ ਬਣੀਏ। ਫਿਰ ਜਦੋਂ ਅਸੀਂ ਇਸ ਤਰੀਕੇ ਨਾਲ ਸਿੱਖ ਬਣਾਂਗੇ ਨਾ, ਤੇ ਗੁਰੂ ਸਾਹਿਬ ਦੀਆਂ ਸਾਨੂੰ ਬਖਸ਼ਿਸ਼ਾਂ ਮਿਲਣਗੀਆਂ। ਗੁਰੂ ਸਾਹਿਬ ਜੀ ਨੇ
ਸਾਨੂੰ ਇਹ ਸਿਧਾਂਤ ਬਖਸ਼ਿਆ ਹੈ ਆਪਣੇ ਆਖਰੀ ਪੜਾਅ ਦੇ ਵਿੱਚ ਕਿ ਜਿਹੜੀ ਗੁਰਤਾ ਗੱਦੀ ਹੈ ਨਾ, ਆਖਰੀ ਸਮੇਂ ਜਦੋਂ ਗੁਰਤਾ ਗੱਦੀ ਭਾਈ ਲਹਿਣੇ ਨੂੰ ਬਖਸ਼ੀ, ਕਿ ਇਹ ਦਰ ਘਰ ਐਸਾ ਹੈ ਜਿੱਥੇ ਤੁਹਾਨੂੰ ਪਿਤਾ ਪੁਰਖੀ ਗੱਲ ਨਹੀਂ ਮਿਲਣੀ। ਦੁਨਿਆਵੀ ਤੌਰ ਤੇ ਹੈ ਨਾ, ਪਿਤਾ ਦੀ ਪ੍ਰੋਪਰਟੀ ਹੈ ਉਹ ਪੁੱਤਾਂ ਨੂੰ ਮਿਲ ਜਾਣੀ ਹੈ, ਅਗਾਂਹ ਪੁੱਤਾਂ ਦੀ ਅਗਾਂਹ ਮਿਲ ਜਾਣੀ ਹੈ। ਪਰ ਇੱਥੇ ਸਾਹਿਬ ਜੀ ਕਹਿੰਦੇ ਜੋ ਕੁਝ ਕਮਾਈ ਕਰੇਗਾ ਤੈਨੂੰ ਉਸੇ ਦੇ ਮੁਤਾਬਕ ਮਿਲੇਗਾ। ਜੇ ਮੈਂ ਆਖਾਂ ਨਾ ਕਿ ਜੀ ਇਹਨਾਂ ਦਾ ਕੀਤਾ ਹੋਇਆ ਪਾਠ ਉਹਦਾ ਮਹਾਤਮ ਮੈਨੂੰ ਮਿਲ ਜਾਵੇ, ਇਹਨਾਂ ਦੀ ਕੀਤੀ ਹੋਈ ਬੰਦਗੀ ਦਾ ਮਹਾਤਮ ਮੈਨੂੰ ਮਿਲ ਜਾਵੇ, ਇਸ ਤਰ੍ਹਾਂ ਨਹੀਂ ਮਿਲੇਗਾ। ਤੈਨੂੰ ਬੰਦਗੀ ਕਰਨੀ ਪਵੇਗੀ, ਤੈਨੂੰ ਖੁਦ ਬਾਣੀ ਪੜ੍ਹਨੀ ਪਵੇਗੀ ਜਾਂ ਬਹਿ ਕੇ ਸੁਣਨੀ ਪਵੇਗੀ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰਾਂ ਨੂੰ ਛੱਡ ਕੇ, ਭਾਈ ਲਖਮੀ ਚੰਦ ਤੇ ਭਾਈ ਬਾਬਾ ਸ਼੍ਰੀ ਚੰਦ, ਇਹਨਾਂ ਨੂੰ ਛੱਡ ਕੇ ਜਿਹੜੀ ਗੁਰਤਾ ਗੱਦੀ ਸੀ ਨਾ ਉਹ ਆਪਣੇ ਸਿੱਖ ਨੂੰ ਦਿੱਤੀ। ਦੁਨਿਆਵੀ ਤੌਰ ਤੇ ਕੋਈ ਰਾਜਾ ਹੋਵੇਗਾ ਨਾ ਤੇ ਉਹ ਚਾਹੁੰਦਾ ਹੈ ਮੇਰੇ ਤੋਂ ਬਾਅਦ ਮੇਰਾ ਪੁੱਤਰ ਰਾਜਾ ਬਣੇ। ਜੇ ਕੋਈ ਬੰਦਾ ਕਿਸੇ ਅਹੁਦੇ ਤੇ ਹੈ ਨਾ, ਉਹਨੂੰ ਐ ਹੁੰਦਾ ਵੀ ਮੇਰੇ ਤੋਂ ਬਾਅਦ ਮੇਰਾ ਪੁੱਤਰ ਇਸ ਅਹੁਦੇ ਤੇ ਬੈਠੇ। ਪਰ ਕੇਵਲ ਤੇ ਕੇਵਲ ਆਹ ਦਰ ਐਸਾ ਹੈ ਧੰਨ ਗੁਰੂ ਨਾਨਕ ਦੇਵ ਜੀ ਦਾ, ਜਿਸ ਦਰ ਤੇ ਬੰਦਾ ਜਿਹੜਾ ਜਿਹੇ ਜੀ ਕਮਾਈ ਕਰਦਾ ਹੈ ਉਹਨੂੰ ਉਸੇ ਦੇ ਮੁਤਾਬਕ ਫਲ ਮਿਲਦਾ ਹੈ। ਇਸ ਗੁਰਬਾਣੀ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਹੀਰਾ ਵੇਖਣ ਨੂੰ ਬੜਾ ਬਰੀਕ ਲੱਗਦਾ ਹੈ ਨਾ, ਪਰ ਜਦੋਂ ਉਸ ਹੀਰੇ ਨੂੰ ਵੇਚ ਗਏ ਨਾ ਤੇ ਉਹਦਾ ਮੁੱਲ ਬੜਾ ਵੱਡਾ ਪੈਂਦਾ ਹੈ, ਬੜੀ ਮਾਇਆ ਮਿਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਬੋਹੜ ਦਾ ਰੁੱਖ ਹੈ, ਆਪਾਂ ਸਾਰਿਆਂ ਨੇ ਦੇਖੋ ਕਿੱਡੇ ਕਿੱਡੇ ਵੱਡੇ ਵੱਡੇ ਆਕਾਰ ਦੇ ਬੋਹੜ ਦੇ ਰੁੱਖ ਨੇ, ਤੇ ਕਦੇ ਬੋਹੜ ਦਾ ਫਲ ਤੋੜ ਕੇ, ਗੋਲ ਨੂੰ ਤੋੜ ਕੇ, ਉਹਨੂੰ ਤੋੜ ਕੇ ਵਿੱਚੋਂ ਉਹਦੇ ਬੀਜ ਵੇਖੋ, ਬੜੇ ਬਰੀਕ ਨੇ, ਤੇ ਕਿਸੇ ਅਣਜਾਣ ਬੰਦੇ ਨੂੰ ਵਿਖਾਇਓ ਵੀ ਇਸ ਬੀਜ ਦੇ ਵਿੱਚੋਂ ਕਿੱਡਾ ਕੁ ਰੁੱਖ ਪੈਦਾ ਹੋ ਸਕਦਾ ਹੈ। ਬੜਾ ਬਰੀਕ ਮਹੀਨ ਹੁੰਦਾ ਹੈ ਬੀਜ। ਪਰ ਭਾਈ ਗੁਰਦਾਸ ਜੀ ਕਹਿੰਦੇ ਉਸ ਬੋਹੜ ਦੇ ਬੀਜ ਦੀ ਏਡੀ ਵੱਡੀ ਕੀਮਤ ਹੈ। ਇਸ ਧਰਤੀ ਤੇ ਸਭ ਤੋਂ ਵੱਡੇ ਆਕਾਰਾਂ ਦੇ ਰੁੱਖਾਂ ਵਿੱਚੋਂ ਬੋਹੜ ਦਾ ਰੁੱਖ ਪੈਦਾ ਹੁੰਦਾ ਹੈ। ਤੀਜੀ ਉਦਾਹਰਨ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਚੈੱਕ ਹੈ ਨਾ, ਖਾਲੀ ਕਾਗਜ਼ ਹੈ, ਤੁਸੀਂ ਉਹ ਤੇ ਅਮਾਉਂਟ ਭਰ ਦਿਓ, ਸਾਈਨ ਨਾ ਕਰੋ, ਉਹ ਕਿਸੇ ਨੂੰ ਜਾ ਕੇ ਆਖੋ ਵੀ ਇਹ ਤੇ ਇੰਨੀ ਰਕਮ ਭਰੀ ਹੈ, ਮੈਨੂੰ ਪੈਸੇ ਦੇ ਦਿਓ, ਉਹਨਾਂ ਕਹਿਣਾ ਜੀ ਇਹਦੀ ਕੋਈ ਕੀਮਤ ਨਹੀਂ, ਇਹਦੇ ਤੇ ਸਾਈਨ ਨਹੀਂ। ਉਸੇ ਕਾਗਜ਼ ਤੇ ਭਾਈ ਗੁਰਦਾਸ ਜੀ ਕਹਿੰਦੇ ਸਾਈਨ ਕਰਕੇ ਦੇ ਦਿਓ, ਜਿੰਨੀ ਰਕਮ ਭਰੀ ਹੈ, ਕਾਗਜ਼ ਦਾ ਟੁਕੜਾ ਉਹੀ ਹੈ ਪਰ ਉਸ ਟੁਕੜੇ ਦੀ ਕੀਮਤ ਪੈ ਜਾਣੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਖਸ਼ਦੇ ਨੇ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, मोल किए तो दम कन भरत भंडार जी, जैसे बट बीज अत सूखम स्वरूप होत, बोए सह बबिद कर बिरख विस्तार जी, जैसे बर बांधे हुंडी लागत ना भार कश, चैक का कोई भार थोड़ा लगता, जैसे बर बांधे हुंडी लागत ना भार कश, आगे जाए पाईयत लक्ष्मी अपार जी, तैसे गुर बचन। आ भाई गुरदास जी दसदे ने, तैसे गुर बचन सचन गुर सिखन मैं, जानिए महात्म गए ही हरद्वार जी। कहते हीरा वेखण नूं निक्का पर जदों वेचीदा है ना भंडारे भर दिंदा है। बोहड़ दा बीज वेखण नूं बड़ा बरीक है, वेखण नूं बड़ा महीन है, पर जदों जमीन विच बो दईए बड़ी वड्डी किस्म दा रुख पैदा हुंदा है। चैक वेखण नूं कागज दा टुकड़ा है, जदों साइन करके रकम भर के अपलाई करिए ते बड़ी माया मिलती है। इसे तरह वेखण नूं तुहानूं ये गुरु दे बचन कुछ अखर लग सकते हैं, पर इन्हां लफजां दी, इन्हां अखरां दी, इस ज्ञान दी इन्नी महानता है। तैसे गुर बचन सचन गुर सिखन मैं, जानिए महात्म गए ही हरद्वार जी,
ਜਦੋਂ ਮਨੁੱਖ ਹਰੀ ਵਿੱਚ ਰੱਬ ਵਿੱਚ ਅਭੇਦ ਹੋ ਜਾਂਦਾ ਹੈ ਨਾ, ਉਦੋਂ ਪਤਾ ਲੱਗਦਾ ਇਸ ਗਿਆਨ ਦੀ ਕੀ ਮਹਾਨਤਾ ਹੈ। ਜਦੋਂ ਹੀਰੇ ਦਾ ਮੁੱਲ ਪੈ ਜਾਵੇ ਫਿਰ ਪਤਾ ਲੱਗਦਾ ਹੀਰੇ ਦੀ ਕੀ ਮਹਾਨਤਾ ਹੈ। ਜਦੋਂ ਰੁੱਖ ਦਾ ਪ੍ਰਗਟਾਵਾ ਹੁੰਦਾ ਹੈ ਨਾ ਧਰਤੀ ਤੇ, ਉਦੋਂ ਪਤਾ ਲੱਗਦਾ ਹੈ ਇਸ ਬੀਜ ਦੀ ਕੀ ਮਹਾਨਤਾ ਹੈ। ਜਦੋਂ ਚੈੱਕ ਤੋਂ ਪੈਸਾ ਮਿਲਦਾ ਹੈ ਉਦੋਂ ਪਤਾ ਲੱਗਦਾ ਹੈ ਇਸ ਚੈੱਕ ਦੀ, ਇਸ ਕਾਗਜ਼ ਦੀ ਕੀ ਮਹਾਨਤਾ ਹੈ। ਜਦੋਂ ਮਨੁੱਖ ਰੱਬ ਵਿੱਚ ਅਭੇਦ ਹੋ ਜਾਵੇ ਉਦੋਂ ਪਤਾ ਲੱਗਦਾ ਹੈ ਜਪਜੀ ਸਾਹਿਬ ਦੀ ਕੀ ਮਹਾਨਤਾ ਹੈ, ਸਮੁੱਚੀ ਗੁਰਬਾਣੀ ਦੀ ਕੀ ਮਹਾਨਤਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਉਪਦੇਸ਼ ਇਹੀ ਸਾਨੂੰ ਬਖਸ਼ਿਆ ਹੈ ਕਿ ਗੁਰਬਾਣੀ ਦੇ ਲੜ ਲੱਗਣਾ ਹੈ। ਗੁਰਬਾਣੀ ਤੋਂ ਬਿਨਾਂ ਸਾਡਾ ਗੁਰੂ ਹੋਰ ਕੋਈ ਨਹੀਂ। ਜੇਕਰ ਅਸੀਂ ਕਿਤੇ ਇੱਧਰ ਉੱਧਰ ਭਟਕੇ ਹਾਂ, ਕਿਸੇ ਨੂੰ ਗੁਰੂ ਬਣਾ ਬੈਠੇ ਹਾਂ, ਤੇ ਭਾਗਾਂ ਵਾਲੋ ਇਹ ਗੁਰੂ ਐਸਾ ਸਮਰੱਥ ਹੈ ਜਿਹੜਾ ਸਾਡੇ ਔਗਣ ਨੂੰ ਨਹੀਂ ਚਿਤਾਰਦਾ, ਸਾਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਸੋ ਅਸੀਂ ਗੁਰੂ ਸਾਹਿਬ ਜੀ ਦੇ ਹਜ਼ੂਰ ਆ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਕੋਲੋਂ ਪਹਿਲਾਂ ਜੋ ਗਲਤੀਆਂ, ਜੋ ਅਪਰਾਧ ਹੋ ਗਏ ਨੇ ਉਹ ਸਾਨੂੰ ਮਾਫ ਕਰਿਓ, ਆਪਣੇ ਚਰਨਾਂ ਦੇ ਨਾਲ ਜੋੜਿਓ ਤੇ ਗੁਰੂ ਦੀ ਦੱਸੀ ਹੋਈ ਵਿਚਾਰ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਹੈ। ਕਿਉਂਕਿ ਸਾਡੇ ਇਤਿਹਾਸਕ ਸਰੋਤ ਇਹ ਗੱਲ ਆਖਦੇ ਨੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਰੱਬ ਗੁਰੂ ਸਾਹਿਬਾਨ ਨੂੰ ਸਾਡੀ ਜੇ ਰਹਿਤ ਪਿਆਰੀ ਹੈ ਤੇ ਅਸੀਂ ਪਿਆਰੇ ਲੱਗਾਂਗੇ। ਜੇ ਸਾਡੀ ਅਸੀਂ ਰਹਿਤ ਵਿੱਚ ਨਹੀਂ, ਬਾਹਰੀ ਤੌਰ ਤੇ ਅਸੀਂ ਜਿੰਨੇ ਸਜ ਸਵਰ ਜਾਈਏ, ਜਿੰਨਾ ਮਰਜ਼ੀ ਅਸੀਂ ਆਪਣੇ ਆਪ ਨੂੰ ਬਾਹਰੀ ਤੌਰ ਤੇ ਸ਼ਿੰਗਾਰ ਲਈਏ, ਜੇ ਰਹਿਤ ਨਹੀਂ ਤੇ ਅਸੀਂ ਗੁਰੂ ਨੂੰ ਚੰਗੇ ਨਹੀਂ ਲੱਗਾਂਗੇ। ਸੋ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਅਸੀਂ ਇਹ ਗੱਲ ਆਪਣੇ ਪੱਲੇ ਬੰਨੀਏ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ। ਗੁਰਬਾਣੀ ਰਾਹੀਂ ਸਾਡੇ ਜੀਵਨ ਵਿੱਚ ਪ੍ਰਕਾਸ਼ ਆ ਸਕਦਾ ਹੈ। ਗੁਰਬਾਣੀ ਸਾਨੂੰ ਵਹਿਮਾਂ ਭਰਮਾਂ ਤੋਂ ਰੋਕ ਸਕਦੀ ਹੈ। ਗੁਰਬਾਣੀ ਸਾਨੂੰ ਨਸ਼ਿਆਂ ਤੋਂ ਰੋਕ ਸਕਦੀ ਹੈ। ਗੁਰਬਾਣੀ ਸਾਨੂੰ ਵਹਿਮਾਂ ਪਖੰਡਾਂ ਤੋਂ ਰੋਕ ਸਕਦੀ ਹੈ। ਕਬਰਾਂ, ਸਮਾਧਾਂ, ਰੁੱਖਾਂ ਕੋਲੇ ਸਾਰੀ ਜ਼ਿੰਦਗੀ ਬਤੀਤ ਕਰ ਦਿਓ, ਕਿਸੇ ਮੜੀ ਕਬਰ ਰੁੱਖ ਨੇ ਬੋਲ ਕੇ ਨਹੀਂ ਦੱਸਣਾ ਵੀ ਨਸ਼ਾ ਨਾ ਕਰ, ਪਖੰਡ ਨਾ ਕਰ। ਇਹ ਜੇਕਰ ਦੱਸੂਗਾ ਤਾਂ ਸ਼ਬਦ ਗੁਰੂ ਦੱਸੂਗਾ। ਅਸੀਂ ਸਤਿਗੁਰ ਜਾਗਤਾ ਹੈ ਦਿਓ, ਅਸੀਂ ਜਾਗਦੇ ਹੋਏ ਗੁਰੂ ਨਾਲ ਜੁੜੀਏ। ਅਸੀਂ ਉਹਨਾਂ ਚੀਜ਼ਾਂ ਨਾਲ, ਮੜੀਆਂ ਕਬਰਾਂ, ਮਰਿਆ ਹੋਇਆਂ ਨਾਲ ਨਾ ਜੁੜੀਏ, ਕਿਉਂਕਿ ਮੁਰਦੇ ਨਾਲ ਮੁਰਦਾ ਜੁੜਦਾ ਹੈ ਤੇ ਜਾਗਦੇ ਨਾਲ ਜਾਗਦਾ ਜੁੜਦਾ ਹੈ। ਇਹ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਜਾਗਦਿਆਂ ਵਿੱਚ ਹਾਂ ਜਾਂ ਮੁਰਦਿਆਂ ਵਿੱਚ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਮੇਂ ਦੀ ਕੋਈ ਸੀਮਾ ਨਹੀਂ ਸੀ ਜੋ ਮੈਨੂੰ ਪ੍ਰਬੰਧਕਾਂ ਵੱਲੋਂ ਬੇਨਤੀ ਹੋਈ ਸੀ। ਚਿੱਤ ਨਹੀਂ ਕਰਦਾ, ਜਿਸ ਹਿਸਾਬ ਨਾਲ ਤੁਸੀਂ ਬੜੀ ਸ਼ਰਧਾ ਭਾਵਨਾ ਨਾਲ ਬੈਠੇ ਹੋ ਨਾ, ਤੇ ਦਿਲ ਮੇਰਾ ਵੀ ਨਹੀਂ ਕਰਦਾ, ਪਰ ਅਦਾਂ ਕਈ ਵਾਰ ਸਾਡੇ ਮਨਾਂ ਵਿੱਚ ਇਹ ਵਿਚਾਰ ਹੋ ਜਾਂਦੀ ਹੈ। ਮੈਂ ਇੱਕ ਦੋ ਜਗ੍ਹਾ ਸੁਣਿਆ, ਅਨਾਉਂਸਮੈਂਟ ਹੋਈ, ਕਹਿੰਦੇ ਜੀ ਅਸੀਂ ਲੰਗਰ ਛਕਣਾ ਹੁੰਦਾ ਹੈ, ਫਿਰ ਕਥਾ ਵਾਲੇ ਜਾਂ ਕੀਰਤਨ ਵਾਲੇ ਤੇ ਹਟਦੇ ਨਹੀਂ ਤੇ ਆਪਾਂ ਸਿੱਧਾ ਭੋਗ ਪਾਇਆ ਕਰਾਂਗੇ, ਆਪਾਂ ਕਿਸੇ ਨੂੰ ਬੁਲਾਉਣਾ ਨਹੀਂ। ਸੋ ਕਈ ਵਾਰ ਸਾਡੇ ਵਿੱਚ ਵੀ ਇਸ ਤਰ੍ਹਾਂ ਦੇ ਕੁਝ ਨਾ ਕੁਝ ਸਰੀਰ ਹੋ ਸਕਦੇ ਨੇ। ਧੰਨ ਗੁਰੂ ਸਾਹਿਬ ਦੀ ਜਿਹੜੀ ਵਡਿਆਈ ਹੈ, ਵੱਡੀ ਹੈ, ਉਹ ਆਪਾਂ ਸਾਰੀ ਉਮਰ ਵਿਖਿਆਨ ਕਰਦੇ ਰਹੀਏ ਤੇ ਉਸ ਵਡਿਆਈ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਖੁਦ ਨਿਰੰਕਾਰ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਦਾਸ ਕੋਲੋਂ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਰਹਿ ਗਈਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਮੂਹ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ। ਗੁਰੂ ਘਰ ਦੇ ਵਜ਼ੀਰ, ਗ੍ਰੰਥੀ ਸਾਹਿਬਾਨ ਤਿੰਨਾਂ ਦਾ ਧੰਨਵਾਦ। ਵਿਸ਼ੇਸ਼ ਵੱਡਾ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਆਪ ਜੀ ਦੇ ਨਾਲ ਪਾਵਨ
ਗੁਰਮਤਿ ਵਿਚਾਰਾਂ, ਇਤਿਹਾਸਕ ਵਿਚਾਰਾਂ ਦੀ ਸਾਂਝ ਕਰ ਸਕਿਆ ਹਾਂ। ਇੱਕ ਵਾਰ ਫਿਰ ਸਾਰਿਆਂ ਦਾ, ਸਮੁੱਚੇ ਨਗਰ ਦਾ ਧੰਨਵਾਦ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੁਣ ਗੁਰੂ ਕੇ ਵਜ਼ੀਰ ਗ੍ਰੰਥੀ ਸਾਹਿਬਾਨ ਆਨੰਦ ਸਾਹਿਬ ਛੇ ਪੌੜੀਆਂ ਦਾ ਜਾਪ ਕਰਨਗੇ। ਉਸ ਤੋਂ ਉਪਰੰਤ ਅਰਦਾਸ, ਗੁਰੂ ਕੇ ਲੰਗਰ ਵਰਤਾਏ ਜਾਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।